ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰ ਬਖਸ਼ ਰਿਹਾ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਗੁਰਕਿਰਪਾ ਦੁਆਰਾ ਕਰਾਂਗੇ। ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਭਾਵ ਜੇ ਸੁਣ ਕੇ ਸਮਝ ਲਿਆ ਤਾਂ ਸੁਣਿਆ ਹੈ, ਨਹੀਂ ਤਾਂ ਫਿਰ ਉਸ ਨੂੰ ਸੁਣਿਆ ਨਹੀਂ ਆਖਿਆ ਜਾਂਦਾ। ਸਿਰਫ ਇੱਕ ਗੁਰਬਾਣੀ ਪੜ੍ਹੀ ਜ਼ਰੂਰ ਹੈ, ਭਾਵ ਕਿ ਜੋ ਗੁਰਬਾਣੀ ਤੋਂ ਪੜ੍ਹ ਕੇ ਸੁਣਿਆ ਸਮਝ ਆਈ ਹੈ, ਉਹਨੂੰ ਅਸਲ ਵਿੱਚ ਸੁਣਿਆ ਮੰਨਿਆ ਜਾਂਦਾ ਹੈ। ਭਗਤ ਸਾਹਿਬਾਨਾਂ ਨੂੰ ਹੁਕਮ ਸਿੱਧਾ ਹੀ ਸੁਣਦਾ ਸੀ, ਬਿਨਾਂ ਕੰਨਾਂ ਤੋਂ ਸੁਣਨ ਵਾਲੀ ਤੁਰਕੀ ਬਾਣੀ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਸੀ। ਸੋ ਸਾਡੇ ਵਾਸਤੇ ਉਹਨਾਂ ਨੇ ਸਾਡੀ ਬੋਲੀ ਦੇ ਅੰਦਰ ਕਾਵਿ ਰੂਪ ਦੇ ਵਿੱਚ ਇੱਕ ਸ਼ਬਦਾਂ ਨੂੰ ਪਰੋ ਕੇ ਸਾਨੂੰ ਗੁਰਬਾਣੀ ਦਿੱਤੀ। ਸੋ ਗੁਰਬਾਣੀ ਦੇ ਅੰਦਰ ਜਿਹੜੇ ਸ਼ਬਦ ਹੁੰਦੇ ਆ, ਇਹ ਲੈਬੱਧ ਹੁੰਦੇ ਆ, ਧੁਨਾਤਮਕ ਹੁੰਦੇ ਆ। ਜਿਵੇਂ ਹੁਣ ਇੱਥੇ ਸ਼ਬਦ ਲਿਖਿਆ ਹੈ, ਸੁਣਿਆ ਸਰਾਂ ਗੁਣਾ ਕੇ ਗਾ। ਜਦੋਂ ਇਹ ਲਿਖਣ 'ਚ ਆਇਆ ਤਾਂ ਗਾ ਆਇਆ, ਕਿਉਂਕਿ ਇਹਨੂੰ ਗਾਇਆ ਵੀ ਜਾਂਦਾ। ਅਸਲ ਵਿੱਚ ਇਹ ਸ਼ਬਦ ਹੈ ਅਗਾ। ਸੁਣਿਆ ਸਰਾਂ ਗੁਣਾ ਕੇ ਅਗਾ, ਆੜਾ ਇਹਦੇ ਵਿੱਚ ਲੁਪਤ ਹੈ, ਸਾਈਲੈਂਟ। ਅਗਾਹ ਸ਼ਬਦ ਦਾ ਅਰਥ ਹੁੰਦਾ ਕਿਸੇ ਚੀਜ਼ ਦੀ ਜਾਣਕਾਰੀ। ਜਿਵੇਂ ਕਿਸੇ ਨੇ ਕੋਈ ਚੀਜ਼ ਸੁਣੀ ਹੈ, ਉਹ ਸੁਣ ਕੇ ਫਿਰ ਕਿਸੇ ਨੂੰ ਗਾਹਾਂ ਜਾਣਕਾਰੀ ਦਿੰਦਾ, ਉਹ ਅਗਾਹ ਕਰਦਾ, ਜਾਣੂ ਕਰਾਉਂਦਾ। ਪਹਿਲਾਂ ਆਮ ਲੋਕ ਇਹ ਗੱਲ ਕਹਿੰਦੇ ਸੀ, ਮੈਂ ਤੈਨੂੰ ਇਸ ਗੱਲ ਤੋਂ ਅਗਾਹ ਕਰਾਉਣਾ, ਧਿਆਨ ਰੱਖੀ। ਇੱਥੇ ਵੀ ਸ਼ਬਦ ਉਹੀ ਹੈ, ਇਹੀ ਬੁਝਾਰਤ ਹੈ, ਇਹੀ ਅਸੀਂ ਬੁੱਝਣੀ ਹੈ। ਅਸੀਂ ਗੁਰਬਾਣੀ 'ਚ ਹੋਰ ਵੀ ਬੇਅੰਤ ਬਚਨ ਪੜ੍ਹਦੇ ਹਾਂ, ਜਿਵੇਂ ਸਾਡੀ ਭਾਸ਼ਾ 'ਚ ਉਹਨਾਂ ਨੂੰ ਕੁਛ ਹੋਰ ਕਹਿ ਦਿੰਦੇ ਆ। ਗੁਰਬਾਣੀ ਸ਼ਬਦ ਵੀ ਉਹੀ ਆਉਂਦਾ, ਗੁਰਬਾਣੀ ਦੇ ਉਹਦੇ ਵਿੱਚ ਉਹਦਾ ਭਾਵ ਹੋਰ ਹੈ। ਸੋ ਬੜੇ ਭੁਲੇਖੇ ਪੈ ਜਾਂਦੇ ਆ, ਸੋ ਸਾਨੂੰ ਸਮਝਣਾ ਪਵੇਗਾ। ਜਿਵੇਂ ਗੁਰਬਾਣੀ ਦੇ ਵਿੱਚ ਪਹਿਲਾਂ ਬਚਨ ਆਇਆ ਸੀ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਜੇ ਤਾਂ ਗੱਲ ਗੁਰੂ ਦੀ ਸੁਣ ਲਈ ਤੇ ਗੁਰ ਦੀ ਗੱਲ ਸੁਣ ਕੇ ਉਹਨੂੰ ਸਮਝ ਲਿਆ, ਤਾਂ ਸਾਡੀ ਮੱਤ ਦੇ ਅੰਦਰ ਹੀ ਹੀਰੇ ਰਤਨ ਜਵਾਹਰ ਭਰਪੂਰ ਹੋ ਜਾਂਦੇ ਆ। ਹੁਣ ਹੀਰੇ ਜਵਾਹਰ ਤੇ ਲਾਲ ਬਹਾਰ ਵੀ ਹੈਗੇ ਮਾਇਆ 'ਚ, ਪਰ ਉਹ ਹੁਣ ਸਾਡੇ ਅੰਦਰ ਕਿਵੇਂ ਵੜ ਜਾਣਗੇ? ਪਰ ਮੱਤ ਦੇ ਵਿੱਚ ਹੀਰੇ ਕੀ ਹੈ? ਸੁਗਿਆਨ ਹੈ, ਸੋਝੀ ਹੈ, ਜਾਣਕਾਰੀ ਹੈ, ਅਗਾਹ ਹੈ। ਸੁਣਿਆ ਜਿਨ੍ਹਾਂ ਨੂੰ ਵੀ ਉਹ ਸੁਣਦੀ ਹੈ ਗੱਲ, ਸਰਾਂ ਗੁਣਾ ਕੇ ਗਾ, ਉਹ ਉਹਨਾਂ ਗੁਣਾਂ ਬਾਰੇ ਵੀ ਅਗਾਹ ਕਰਾਉਂਦੇ ਆ। ਉਹ ਉਹਨਾਂ ਗੁਣਾਂ ਦੀ ਜਾਣਕਾਰੀ ਵੀ ਦਿੰਦੇ ਆ। ਜਿਨ੍ਹਾਂ ਨੂੰ ਤੁਰਕੀ ਬਾਣੀ ਸੁਣਦੀ ਹੈ, ਉਹ ਦੂਸਰਿਆਂ ਦੇ ਅੰਦਰ ਵੀ ਗੁਣ ਪੈਦਾ ਕਰਨ ਬਾਰੇ ਜਾਣੂ ਕਰਵਾਉਂਦੇ ਆ। ਜਿਨ੍ਹਾਂ ਨੂੰ ਸੰਸਾਰੀ ਗੱਲ ਸੁਣਦੀ ਹੈ, ਮਾਇਆ ਬਾਰੇ ਜੋ ਸੁਣਦੇ ਆ, ਉਹ ਮਾਇਆ ਦੀ ਜਾਣਕਾਰੀ ਦਿੰਦੇ ਆ। ਜਾਣਕਾਰੀ ਉਹ ਵੀ ਦੇ ਰਹੇ ਆ, ਉਹ ਸੋਝੀ ਕਰਾਉਂਦੇ ਆ ਮਾਇਆ 'ਚ ਕਿਵੇਂ ਵਿਚਰਨਾ ਹੈ ਸਰੀਰ ਕਰਕੇ। ਗੁਰਮੁਖ ਸੋਝੀ ਕਰਾਉਂਦੇ ਕਿ ਆਤਮਾ ਕਰਕੇ ਕਿਵੇਂ ਵਿਚਰਨਾ ਸੱਚਖੰਡ ਦੇ ਅੰਦਰ। ਔਰ ਗੁਰਮੁਖ ਕੋਲ ਇਸ ਸੰਸਾਰ ਵਿੱਚ ਵੀ ਸਰੀਰ ਕਰਕੇ ਵਿਚਰਨ ਦੀ ਅਸਲ ਜਾਣਕਾਰੀ ਹੁੰਦੀ ਹੈ, ਕਿ ਅਸਲ 'ਚ ਸਰੀਰ ਕਰਕੇ ਵੀ ਇਸ ਸੰਸਾਰ 'ਚ ਕਿਵੇਂ ਵਿਚਰਨਾ ਹੈ, ਤੇ ਆਤਮਿਕ ਤੌਰ 'ਤੇ ਸੱਚਖੰਡ 'ਚ ਕਿਵੇਂ ਵਿਚਰਨਾ ਹੈ। ਆਮ ਜਿਹੜੇ ਜਗਿਆਸੂ ਨੇ ਜਾਂ ਸਾਡੇ ਵਰਗਿਆਂ ਕੋਲ ਸੰਸਾਰ 'ਚ ਸਰੀਰ ਕਰਕੇ ਕਿਵੇਂ ਵਿਚਰਨਾ, ਉਹਦੀ ਜਾਣਕਾਰੀ ਜ਼ਰੂਰ ਲੈਂਦੇ ਆ, ਪਰ ਉਹ ਵੀ ਜਾਣਕਾਰੀ ਅਧੂਰੀ ਹੁੰਦੀ ਹੈ, ਪੂਰੀ ਨਹੀਂ ਹੁੰਦੀ। ਆਤਮਿਕ ਤਾਂ ਚਲੋ ਔਖੀ ਗੱਲ ਹੈ। ਸੋ ਉਸੇ ਗੱਲ ਦੀ ਵਿਆਖਿਆ ਕੀਤੀ ਹੈ ਪਾਤਸ਼ਾਹ ਨੇ, ਕਿ ਜਦੋਂ ਗੁਰਬਾਣੀ ਦੀ ਸਮਝ ਆਉਂਦੀ ਹੈ ਤਾਂ ਗੁਣਾਂ ਦੀ ਆ ਬਰੀਕੀ ਸੋਝੀ ਆਉਂਦੀ ਚਲੀ ਜਾਂਦੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਮਾਨੈ ਹੁਕਮ ਸਭੈ ਗੁਣ ਗਿਆਨ। ਮਾਨੈ ਹੁਕਮ, ਕਹਿੰਦੇ ਜਦੋਂ ਤੁਸੀਂ ਹੁਕਮ ਮੰਨਦੇ ਹੋ, ਹੁਕਮ ਦੇ ਵਿੱਚੋਂ ਸਵੇ ਗੁਣ ਗਿਆਨ, ਉਹਦੇ ਵਿੱਚ ਸਾਰਾ ਹੀ ਗਿਆਨ ਆ ਜਾਂਦਾ, ਸਾਰੇ ਹੀ ਗੁਣ ਆ ਜਾਂਦੇ। ਇਸ ਬਚਨ ਤੋਂ ਇਹ ਗੱਲ ਸਿੱਧ ਤੇ ਸਪਸ਼ਟ ਹੋ ਜਾਂਦੀ ਹੈ ਕਿ ਗਾਹ ਤੋਂ ਭਾਵ ਹੈ ਗਿਆਨ, ਕਿ ਜਦੋਂ ਹੁਕਮ ਦੇ ਵਿੱਚ ਹੀ ਸਾਰਾ ਕੁਛ ਹੈ,
ਹੁਕਮ 'ਚ ਹੀ ਜਾਣਕਾਰੀ ਲੈਣੀ ਹੈ। ਹੁਕਮ ਦੀ ਉਹ ਸੋਝੀ ਆਉਣੀ ਸਾਨੂੰ ਜ਼ਰੂਰੀ ਹੈ। ਸੋ ਗੁਰਬਾਣੀ ਵਿੱਚ ਗੁਰਬਾਣੀ ਦੀ ਹੀ ਵਿਆਖਿਆ ਪਈ ਆ, ਪਰ ਉਹਨੂੰ ਥੋੜ੍ਹਾ ਜਿਹਾ ਕੁ ਬਰੀਕੀ ਨਾਲ ਸਮਝਣਾ ਪੈਂਦਾ ਹੈ। ਜਿਵੇਂ ਜਿਵੇਂ ਅਸੀਂ ਬਰੀਕੀ ਨਾਲ ਸਮਝਦੇ ਹਾਂ, ਤਿਵੇਂ ਤਿਵੇਂ ਸਾਨੂੰ ਪਤਾ ਲੱਗ ਜਾਂਦਾ ਹੈ। ਜਿਵੇਂ ਅੰਗ 475 ਉਪਤ ਪਾਤਸ਼ਾਹ ਕਹਿੰਦੇ, ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਵੀ ਹੋਣਾ। ਜੋ ਗੁਰਬਾਣੀ ਵਿੱਚ ਗਿਆਨ ਦਿੱਤਾ ਗਿਆ ਹੈ, ਉਹ ਗਿਆਨ ਅਸਲ ਵਿੱਚ ਮੇਰੀ ਬੁੱਧੀ ਚੋਂ ਨਹੀਂ ਉਪਜ ਰਿਹਾ, ਕਿਉਂਕਿ ਸਾਡੇ ਅੰਦਰੋਂ ਤਾਂ ਉਪਜਦਾ ਨਹੀਂ। ਇਹ ਤਾਂ ਉਹਨਾਂ ਪੁਰਖਾਂ ਦੇ ਅੰਦਰੋਂ ਉਪਜਿਆ ਹੋਇਆ ਜਿਨ੍ਹਾਂ ਨੂੰ ਧੁਰ ਕੀ ਬਾਣੀ ਸੁਣਦੀ ਸੀ, ਜਿਨ੍ਹਾਂ ਕੋਲ ਪੂਰੀ ਸੋਝੀ ਸੀ। ਕਿਉਂਕਿ ਪਹਿਲਾਂ ਹੋਰ ਮੱਤਾਂ ਦਾ ਗਿਆਨ ਜੋ ਲਿਆ ਹੋਇਆ ਹੈ, ਚਾਹੇ ਗੁਰਬਾਣੀ ਦਾ ਗਿਆਨ ਹੀ ਲਿਆ, ਪਰ ਮਾਇਆ ਵਾਸਤੇ ਹੀ ਲਿਆ। ਹੇ ਮੇਰੇ ਮਨਾ, ਤੇਰੇ ਅੰਦਰੋਂ ਇਹ ਸੁਗਿਆਨ ਕਿਉਂ ਨਹੀਂ ਪ੍ਰਗਟ ਹੁੰਦਾ? ਕਿਉਂਕਿ ਜੇ ਤੂੰ ਗੁਰਬਾਣੀ ਤੋਂ ਵੀ ਸੋਝੀ ਲੈ ਰਿਹਾ, ਉਹ ਵੀ ਮਾਇਆ ਵਾਸਤੇ ਲੈ ਰਿਹਾ ਕਿ ਇਸ ਸੰਸਾਰ 'ਚ ਕਿਵੇਂ ਵਿਚਰਨਾ, ਕਿਵੇਂ ਪਕੜ ਹੋਣੀ ਚਾਹੀਦੀ ਹੈ। ਸੰਸਾਰ ਦੀ ਪਕੜ ਵਾਸਤੇ ਜੇ ਤਾਂ ਗੁਰਬਾਣੀ ਤੋਂ ਸੋਝੀ ਲੈਂਦਾ ਕਿ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਬਾਹਰ ਕਿਵੇਂ ਨਿਕਲਣਾ, ਫਿਰ ਤਾਂ ਗੱਲ ਹੋਰ ਸੀ। ਸੋ ਹੇ ਮੇਰੇ ਮਨਾ, ਤੂੰ ਜੋ ਗੁਰਬਾਣੀ ਤੋਂ ਵੀ ਸੋਝੀ ਲੈ ਰਿਹਾ ਹੈ, ਉਹ ਵੀ ਮਾਇਆਵਾਦ ਦੀ ਪੂਰਤੀ ਵਾਸਤੇ ਲੈ ਰਿਹਾ। ਉਪਜੀ ਜਾਣਾ ਹੈ, ਕਿਉਂਕਿ ਉਹਨਾਂ ਕੋਲ ਵੀ ਭਾਵ ਨਹੀਂ ਸੀ। ਭਾਵ ਹੁੰਦਾ ਭੁੱਖ। ਜਿੰਨਾ ਚਿਰ ਸਾਡੇ ਅੰਦਰ ਭੁੱਖ ਹੀ ਨਹੀਂ ਹੈਗੀ, ਉਨਾ ਚਿਰ ਸਾਨੂੰ ਪਦਾਰਥ ਨਹੀਂ ਮਿਲਦਾ। ਜਦੋਂ ਸਾਡੇ ਅੰਦਰ ਭੁੱਖ ਪੈਦਾ ਹੁੰਦੀ ਹੈ, ਜੇ ਬਾਹਰੀ ਤੌਰ ਤੇ ਸਰੀਰ ਦਾ ਵੀ ਦੇਖਿਆ ਜਾਵੇ, ਜੇ ਸਰੀਰ ਦੇ ਅੰਦਰ ਭੁੱਖ ਪੈਦਾ ਹੋਊਗੀ ਤਾਂ ਹੀ ਇਹ ਪਦਾਰਥ ਦੀ ਖੋਜ ਕਰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਉਹਨਾਂ ਦੇ ਅੰਦਰ ਨਾਮ ਦੀ ਭੁੱਖ ਹੁੰਦੀ, ਉਹ ਨਾਮ ਦੀ ਖੋਜ ਕਰਦੇ ਆ ਤੇ ਉਹ ਨਾਮ ਨੂੰ ਪ੍ਰਾਪਤ ਕਰ ਲੈਂਦੇ ਆ। ਜਿਵੇਂ ਸੰਸਾਰੀ, ਇਹ ਮੇਰੇ ਮਨਾ, ਤੂੰ ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਸਰੀਰ ਦੀ ਭੁੱਖ ਤੋਂ ਪੀੜਤ ਹੋ ਕੇ ਸਰੀਰ ਦੀ ਭੁੱਖ ਦੀ ਨਿਵਰਤੀ ਵਾਸਤੇ ਭੋਜਨ ਤਿਆਰ ਕਰ ਲੈਣਾ। ਇਸੇ ਤਰ੍ਹਾਂ ਗੁਰਮੁਖ ਆਤਮਿਕ ਤੌਰ ਤੇ ਆਤਮਾ ਦੀ ਭੁੱਖ ਵਾਸਤੇ, ਉਹਦੀ ਪੀੜਤਾ ਨੂੰ ਦੂਰ ਕਰਨ ਵਾਸਤੇ ਉਹ ਨਾਮ ਨੂੰ ਪ੍ਰਾਪਤ ਕਰ ਲੈਂਦੇ ਆ। ਗੁਰਬਾਣੀ ਵਿਖਿਆਨ ਕਰਦੀ ਹੈ। ਸੁਖਨੀ ਦੇ ਵਿੱਚ ਆਖਿਆ ਜਾਂਦਾ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਗਿਆਨ ਕਾ ਬੱਧਾ ਮਨ ਰਹਿ। ਭੁੱਖ ਦੀ ਨਿਵਰਤੀ ਉਹੀ ਆਤਮਾ ਦੀ ਸੁਗਿਆਨ ਨਾਲ ਹੁੰਦੀ ਹੈ। ਸੋ ਭਾਵ ਹੁੰਦਾ ਭੁੱਖ ਜੀਵ ਕੀ ਹੈ, ਇਹ ਨਹੀਂ ਸਮਝਾ ਸਕੀਆਂ। ਹੋਰ ਮੱਤਾਂ ਵਾਲੇ ਇਹ ਨਹੀਂ ਸਮਝਾ ਸਕੇ, ਉਹ ਕਿਉਂਕਿ ਉਹਨਾਂ ਦੇ ਭੁੱਖ ਅੰਦਰ ਮਾਇਆ ਦੀ ਹੈ। ਸੋ ਅਭਾਵ ਜੋ ਇਹ ਕੀ ਭੁੱਖ ਨਹੀਂ, ਉਸ ਵਿੱਚ ਸਮਾ ਕੇ ਸਮਾਂ ਗੁਜ਼ਾਰ ਕੇ ਭਾਵ ਵਿਹੂਣਾ ਹੀ ਚਲਾ ਜਾਂਦਾ ਹੈ। ਪਤਾ ਹੀ ਨਹੀਂ ਵੀ ਅਸਲੀ ਭੁੱਖ ਕੀ ਹੈ, ਅਸਲੀ ਭੁੱਖ ਦਾ ਪਤਾ ਨਹੀਂ ਲੱਗਦਾ। ਤੇ ਇਸੇ ਕਰਕੇ ਹੇ ਮੇਰੇ ਮਨਾ, ਤੂੰ ਜਿੰਨਾ ਕਾ ਸੰਸਾਰ 'ਚ ਤੈਨੂੰ ਸਮਾਂ ਮਿਲਦਾ ਇਹ ਗਵਾ ਕੇ ਤੂੰ ਤੁਰ ਜਾਂਦਾ। ਅੰਗ 965 ਉੱਪਰ ਪਾਤਸ਼ਾਹ ਕਹਿੰਦੇ, ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ। ਕਹਿੰਦੇ ਤੂੰ ਭੋਜਨ ਤਾਂ ਬਥੇਰੇ ਕਰਦਾ ਫਿਰਦਾ, ਪਰ ਜਿਹੜਾ ਅਸਲੀ ਭੋਜਨ ਹੈ ਉਹ ਨਹੀਂ ਤੈਨੂੰ ਪਤਾ ਲੱਗ ਰਿਹਾ। ਜਿਸ ਭੋਜਨ ਨੇ ਤੈਨੂੰ ਇੱਕ ਕਰਨਾ, ਉਹਦੀ ਸੋਝੀ ਨਹੀਂ ਹੈ। ਅੰਗ 15 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸੱਚਾ ਸ਼ਰਾ, ਸੱਚ ਸ਼ਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾ ਹੋ। ਹੁਣ ਇੱਕ ਸ਼ਬਦ ਹੁੰਦਾ ਸੁਣਿਆ ਸਾਰਾ। ਹੁਣ ਸਾਰਾ ਨੂੰ ਤਾਂ ਜੇ ਤਾਂ ਪੜਾਂਗੇ ਸਾਰਾ, ਫਿਰ ਤਾਂ ਸ਼ਰਾਬ ਵੀ ਬਣਦੀ ਹੈ। ਸਰਾ ਦਾ ਅਰਥ ਸਰੋਵਰ ਵੀ ਹੈ। ਸ਼ਰਾ ਦਾ ਅਰਥ ਇਸਲਾਮ ਦੇ ਵਿੱਚ ਮਰਜ਼ਾਦਾ ਵੀ ਹੈ। ਉਹ ਸ਼ਰਾ ਹੈ, ਇਸਲਾਮਿਕ ਸ਼ਬਦ ਹੈ। ਤੇ ਸਰਾ ਦਾ ਗੁਰਮਤਿ ਵਿੱਚ ਕੀ ਹੈ? ਸੁਣਿਆ ਸਰਾ, ਇਹ ਹੈਗੀ ਰਹਿਤ। ਜਿਹਨੂੰ ਗੁਰਮਤਿ ਦੀ ਸੋਝੀ ਹੈ, ਉਹਦੇ ਕੋਲ ਰਹਿਤ ਹੈ। ਕੀ ਰਹਿਤ ਹੈ? ਸਰਾ ਗੁਣਾ ਕੇਗਾ, ਕਿ ਜਿਹੜੇ ਸਾਰੇ ਗੁਣ ਨੇ ਉਹਨਾਂ ਦੀ ਜਾਣਕਾਰੀ ਲੈ। ਜਿਹੜੇ ਸੰਪੂਰਨ ਗੁਣ ਨੇ, ਇੱਕ ਦੇ 8 ਹੋਣ ਵਾਸਤੇ ਉਹਦੀ ਪੂਰੀ ਸੋਝੀ ਲੈ। ਉਹ ਸੋਝੀ ਤਾਂ ਆਊਗੀ ਜੇ ਪਹਿਲਾਂ ਰਹਿਤ ਹੋਊਗੀ। ਰਹਿਤ ਹੁੰਦੀ ਹੈ ਮਾਇਆ ਚੋਂ ਮਨ ਬਾਹਰ ਕੱਢਣ ਵਾਸਤੇ ਮਨ ਜਾਣਾ, ਇੱਛਾ ਪੈਦਾ ਕਰਨੀ ਕਿ ਮਨ ਨੂੰ ਮਾਇਆ ਚੋਂ ਬਾਹਰ ਕੱਢਣਾ। ਇਹ ਰਹਿਤ ਹੈ। ਜਦੋਂ ਇੱਛਾ ਪੈਦਾ ਹੋਊਗੀ ਫਿਰ ਪ੍ਰੋਸੈਸ ਵੀ ਹੋ। ਭੁੱਖ ਲੱਗੀ ਹੈ, ਕੁਝ ਖਾਣਾ ਹੈ,
ਪਹਿਲਾਂ ਮਨ ਤਾਂ ਮੰਨੇ ਵੀ ਹਾਂ ਕੁਝ ਖਾਣਾ ਹੈ, ਭੁੱਖ ਲੱਗੀ ਹੈ। ਇਸੇ ਤਰ੍ਹਾਂ ਮਨ ਮੰਨੇ ਕਿ ਮਾਇਆ ਚੋਂ ਬਾਹਰ ਜਾਣਾ ਹੈ। ਸੱਚ ਸ਼ਰ੍ਹਾ ਕਹਿੰਦੇ ਸੱਚੀ ਰਹਿਤ ਹੁੰਦੀ ਹੈ ਉਹਦੀ। ਗੁੜ ਬਾਹਰਾ, ਉਹ ਜਿਹੜਾ ਮਾਇਆ ਦੇ ਗੁੜ ਨੇ, ਮਾਇਆ ਦੇ ਸਵਾਦ ਨੇ, ਉਹਨਾਂ ਤੋਂ ਬਾਹਰ ਹੁੰਦਾ ਹੈ। ਜਿਸ ਵਿੱਚ ਸੱਚਾ ਨਾਮ, ਉਹਦੇ ਵਿੱਚ ਸੱਚਾ ਨਾਮ ਹੈ। ਉਹ ਮਾਇਆ ਦੇ ਰਸਾ ਕਸਾਂ ਤੋਂ ਬਾਹਰ ਜਾਂਦਾ ਹੈ। ਜਿਹੜੇ ਮਾਇਆ ਦੇ ਰਸ ਕਸ ਨੇ ਉਹਨਾਂ ਨੂੰ ਛੱਡਦਾ, ਜਿਹੜੇ ਨਾਮ ਦਾ ਰਸ ਹੈ ਉਹਨੂੰ ਪ੍ਰਾਪਤ ਕਰਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ 467 ਉੱਪਰ ਆਸਾ ਰਾਗ ਦੇ ਅੰਦਰ, ਸੋ ਮਿਤ ਜਾਣੇ ਨਾਨਕਾ ਸ਼ਰਾਂ ਸਰਾਂ ਗੁਣ ਮੇਰਾ ਜਨਤਾ। ਹੁਣ ਇੱਥੇ ਸਰਾਂ ਆ ਗਿਆ, ਇੱਥੇ ਸਰਾਂ ਸਰੋਵਰਾਂ ਦਾ ਗੱਲ ਆ ਗਈ, ਮੇਰ ਪਹਾੜਾਂ ਦੀ ਗੱਲ ਆ ਗਈ, ਜਨਤਾ ਸਰੀਰਾਂ ਦੀ ਗੱਲ ਆ ਗਈ। ਸੋ ਮਿਤੀ ਜਾਣੈ ਨਾਨਕਾ, ਜੇ ਨਾਨਕਾ ਜਿਹੜਾ ਮਨ ਹੈ ਉਹ ਇਹਨਾਂ ਦੀ ਵੀ ਮਿੱਤ ਜਾਣੇ, ਇਹਨਾਂ ਦਾ ਵੀ ਸੁਗਿਆਨ ਲਵੇ, ਕਿਉਂਕਿ ਮਾਇਆ 'ਚ ਰਹਿਣਾ ਬਾਹਰ ਵੀ। ਬਾਹਰ ਉਹਨੂੰ ਜਿਹੜਾ ਸਰੋਵਰ ਨੇ, ਦਰਿਆ ਨੇ, ਸਮੁੰਦਰ ਨੇ, ਡੂੰਘੇ ਨੇ, ਪਾਣੀ ਹੈ, ਉਹਨਾਂ ਦੇ ਵਿੱਚ ਕੀ ਕੀ ਕੁਛ ਹੈ ਉਹਦੀ ਵੀ ਜਾਣਕਾਰੀ ਲੈਣੀ ਪੈਂਦੀ ਹੈ। ਜਿਵੇਂ ਪਾਤਸ਼ਾਹ ਕਹਿੰਦੇ 42 ਲੱਖ ਜਲ ਜੀ ਜਲ ਮੈਂ ਹੋਤੇ, ਉਹ ਵੀ ਤਾਂ ਸੋਝੀ ਲੈਤੀ ਫਿਰ ਉਹਨਾਂ ਨੇ। ਮੇਰ ਪਹਾੜਾਂ ਦੀ ਜਾਣਕਾਰੀ ਹੈ, ਜਨਤਾ ਦੇ ਸਰੀਰਾਂ ਦੀ ਜਾਣਕਾਰੀ ਹੈ। ਹਰ ਇੱਕ ਪੱਖ ਦਾ ਸੁਗਿਆਨ ਹੁੰਦਾ ਹੈ ਗੁਰਮੁਖ ਨੂੰ, ਕਿਉਂਕਿ ਉਦੋਂ ਹੁੰਦਾ ਹੈ ਜਦੋਂ ਉਹਨੂੰ ਸੁਣਿਆ, ਜਦੋਂ ਉਹਨੂੰ ਨਾਮ ਸੁਣਦਾ, ਉਹਨੂੰ ਹੁਕਮ ਸੁਣਦਾ। ਕਿਉਂਕਿ ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਹੈ। ਜਿਹੜੀ ਚੀਜ਼ ਹੁਕਮ ਦੇ ਅੰਦਰ ਹੈ ਉਹਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਜਿਵੇਂ ਕੋਈ ਬੰਦਾ ਗੱਡੀ ਦਾ ਮਕੈਨਿਕ ਹੈ, ਜੋ ਕੁਝ ਗੱਡੀ 'ਚ ਲੱਗਿਆ ਹੋਇਆ ਉਹਨੂੰ ਉਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਪਰ ਸਾਨੂੰ ਤਾਂ ਜਿਹੜਾ ਇੰਜਣ ਦਾ, ਉਹ ਇੰਜਣ ਦਾ ਹੀ ਕੰਮ ਕਰਨ ਜਾਣਦਾ, ਉਹਨੂੰ ਬਾਕੀਆਂ ਦਾ ਨਹੀਂ ਪਤਾ, ਉਹਨੂੰ ਇਲੈਕਟ੍ਰੀਸ਼ੀਅਨ ਦਾ ਨਹੀਂ ਪਤਾ। ਪਰ ਇੱਕ ਮਿਸਤਰੀ ਇਹੋ ਜਿਹਾ ਹੁੰਦਾ ਜਿਹਨੂੰ ਸਾਰੀ ਜਾਣਕਾਰੀ ਹੁੰਦੀ, ਉਹਨੂੰ ਇਲੈਕਟ੍ਰੀਸ਼ੀਅਨ ਦਾ ਵੀ ਪਤਾ ਹੁੰਦਾ, ਮੇਜਰ ਜੋ ਗੱਡੀ ਦੇ ਇੰਜਣ ਆ ਉਹਦੇ ਪੁਰਜਿਆਂ ਦਾ ਪਤਾ ਹੁੰਦਾ, ਟਾਇਰਾਂ ਬਾਰੇ ਵੀ ਪਤਾ, ਗੇਅਰਾਂ ਬਾਰੇ ਵੀ ਪਤਾ, ਹਰ ਇੱਕ ਪੂਰੀ ਜਾਣਕਾਰੀ ਹੈ। ਇਸੇ ਤਰ੍ਹਾਂ ਗੁਰਮੁਖ ਹੈ ਕਿ ਗੁਰਮੁਖ ਨੂੰ ਪੂਰੀ ਜਾਣਕਾਰੀ ਹੈ ਕਿ ਇਸ ਸ੍ਰਿਸ਼ਟੀ ਦੇ ਅੰਦਰ ਕੀ ਕੀ ਵਰਤ ਰਿਹਾ, ਕਿਵੇਂ ਹੋ ਰਿਹਾ, ਕੌਣ ਕਰ ਰਿਹਾ, ਆਤਮਾ ਕੀ ਹੈ, ਸਰੀਰ ਕੀ ਨੇ, ਪ੍ਰਾਤਮਾ ਕੀ ਹੈ, ਜੋਤ ਸਰੀਰ ਛੱਡਣ ਤੋਂ ਬਾਅਦ ਕਿੱਥੇ ਜਾਂਦੀ ਹੈ, ਕਿੱਥੋਂ ਆਉਂਦੀ ਹੈ, ਕਿਵੇਂ ਆਉਂਦੀ ਹੈ, ਕਿਹੜੀ ਜੋਤ ਕਿੱਥੇ ਤੱਕ ਜਾਂਦੀ ਹੈ, ਕਿਹੜੀ ਜੋਤ ਕਿੱਥੇ ਤੱਕ ਨਹੀਂ ਜਾਂਦੀ। ਹਰ ਇੱਕ ਪੱਖ ਦੀ ਸੋਝੀ ਹੁੰਦੀ ਹੈ ਗੁਰਮੁਖ ਨੂੰ, ਕਿਉਂਕਿ ਉਹਦੇ ਕੋਲ ਸਰਾਂ ਗੁਣਾ ਕੇ ਗਾ, ਉਹ ਸਾਰੇ ਗੁਣਾਂ ਦੀ ਜਾਣਕਾਰੀ ਰੱਖਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ 903 ਅੰਗ ਦੇ ਉੱਪਰ, ਕਲ ਕਲ ਵਾਲੀ ਸਰਾ ਨਵੇੜੀ, ਕਾਜੀ ਕ੍ਰਿਸ਼ਨਾ ਹੋਆ, ਬਾਣੀ ਬ੍ਰਹਮਾ ਵੇਦ ਅਥਰਵਣ, ਕਰਨੀ ਕੀਰਤ ਲਿਆ। ਇੱਥੇ ਹੁਣ ਆ ਗਈ ਗੱਲ ਹੋਈ, ਕਲ ਕਲ ਵਾਲੀ ਸਰਾ ਨਵੇੜੀ। ਕਹਿੰਦੇ ਜਿਹੜੀ ਕੱਲ ਕਲਪਨਾ ਵਾਲੀ ਸੀਗੀ ਉਹਨੇ ਸਰਾ ਨਵੇੜੀ, ਉਹਨੇ ਮਰਜ਼ਾਦਾ ਛੱਡੀ ਹੈ, ਉਹਨੇ ਆਪਣੀ ਮਿੱਤ ਛੱਡਤੀ, ਆਪਣੀ ਮੱਤ ਨੂੰ ਨਹੀਂ ਉਹਨੇ ਫੜਿਆ। ਕਾਜੀ ਕ੍ਰਿਸ਼ਨਾ ਹੋਆ, ਹੁਣ ਜਿਹੜਾ ਮਨ ਸੀ ਉਹ ਕਾਜੀ ਹੋ ਗਿਆ, ਕਿਉਂਕਿ ਇੱਕ ਕਾਜ ਤਾਂ ਪੈ ਹੀ ਗਿਆ ਨਾ, ਇੱਕ ਚੀਜ਼ ਤਾਂ ਛੱਡਤੀ। ਜਿਵੇਂ ਸਰੀਰ ਨੂੰ ਪੈਰਾਲਾਈਜ਼ ਹੋ ਜਾਵੇ, ਇੱਕ ਹਿੱਸੇ ਨੂੰ ਪੈਰਾਲਾਈਜ਼ ਹੋ ਗਿਆ, ਉਨਾ ਸਰੀਰ ਤਾਂ ਕਮਜ਼ੋਰ ਹੋ ਗਿਆ ਨਾ। ਜੇ ਮਨ ਦੇ ਦੋ ਹਿੱਸੇ ਹੈ, ਇੱਕ ਆਤਮਾ ਇੱਕ ਪ੍ਰਾਤਮਾ ਹੈ, ਜਦੋਂ ਆਤਮਾ ਨੇ ਮਾਇਆ ਛੱਡੀ ਤਾਂ ਪ੍ਰਾਤਮਾ ਰਹਿ ਗਈ। ਕ੍ਰਿਸ਼ਨਾ ਹੋਆ, ਬਾਣੀ ਬ੍ਰਹਮਾ ਵੇਦ ਅਥਰਵਣ, ਕਹਿੰਦੇ ਫਿਰ ਜਿਹੜੀ ਬਾਣੀ ਸੀ ਉਹ ਬ੍ਰਹਮਾ ਦੇ ਕੋਲ ਆ ਗਈ, ਮਨ ਦੇ ਕੋਲ ਬਾਣੀ ਆ ਗਈ, ਮਨ ਨੂੰ ਸੁਣਨ ਲੱਗ ਗਈ ਉਹ ਬਾਣੀ, ਉਹ ਵੇਦ ਹੋ ਗਿਆ, ਉਹਦੇ ਕੋਲੋਂ ਸੁਗਿਆਨ ਹੋ ਗਿਆ। ਅਥਰਵਣ, ਕਰਨੀ ਕੀਰਤ ਲਿਆ, ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਕਰਨੀ ਹੈ ਇਹੀ ਕੀਰਤੀ ਹੈ, ਜੋ ਕੁਛ ਮੈਂ ਇੱਥੇ ਕਰਨਾ ਉਹ ਹੁਕਮ ਦੇ ਅਨੁਸਾਰ ਹੀ ਕਰਨਾ। ਉਹਨੇ ਉਹ ਕੀਰਤੀ, ਉਹ ਜਸ ਖੱਟ ਲਿਆ, ਉਹ ਜਸ ਖੱਟ ਕੇ ਆਪਣੇ ਨਿੱਜ ਘਰ ਨੂੰ ਵਾਪਸ ਚਲਾ ਗਿਆ। ਪਰ ਉਹਨੇ ਜਿਹੜੀ ਕਲ ਕਲ ਵਾਲੀ ਸਾਰਾ ਸੀਗੀ, ਜਿਹੜੀ ਕਲਪਨਾ ਵਾਲੀ ਮਰਜ਼ਾਦਾ ਸੀ, ਆਪਣੇ ਵੱਲੋਂ ਮਿੱਤਾਂ ਬਣਾਈਆਂ ਹੋਈਆਂ ਸੀ, ਆਪਣੇ ਵੱਲੋਂ ਬਣਾ ਕੇ ਕੁਛ ਇੱਥੇ ਬਣਾਇਆ ਹੋਇਆ ਸੀ, ਉਹ ਛੱਡਿਆ। ਪਰ ਜਿੰਨਾ ਚਿਰ ਉਹਨੂੰ ਛੱਡਦਾ ਨਹੀਂ ਸੀ ਉਨਾ ਚਿਰ ਫਿਰ ਉਹ ਕਾਜੀ ਸੀ, ਕਾਜ ਸੀ ਉਹਦੇ ਵਿੱਚ, ਪੈਰਾਲਾਈਜ਼ ਹੋਇਆ ਹੋਇਆ। ਅਤੇ ਉਹ ਕ੍ਰਿਸ਼ਨ ਹੈ, ਉਹ ਕਾਲਾ ਹੈ, ਮਨ ਕਾਲਾ ਹੈ। ਉਹ ਹੋਇਆ ਕਾਹਦੇ ਕਾਰਨ ਕਰਕੇ? ਮਰਜ਼ਾਦਾ ਕਰਕੇ। ਜੇ ਤਾਂ ਕਰਦਾ ਰਹਿਤ ਵਿੱਚ ਹੁੰਦਾ ਵੀ ਜੋ ਹੁਕਮ ਪਰਮੇਸ਼ਰ ਦਾ ਉਹ ਮੰਨਣਾ ਹੀ ਮੰਨਣਾ ਹੈ, ਉਹਦੇ ਤੇ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਜਿੱਥੇ ਹੁੰਦੀ ਹੈ ਮਰਜ਼ਾਦਾ,
ਮਰਜ਼ਾਦਾ 'ਚ ਹੁੰਦਾ ਤੁਸੀਂ ਆਪਣੇ ਵੱਲੋਂ ਵੀ ਐਫਰਟ ਕਰ ਸਕਦੇ ਹੋ, ਤੁਸੀਂ ਆਪਣੀ ਕੋਸ਼ਿਸ਼ ਵੀ ਕਰ ਸਕਦੇ ਹੋ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਕਰ ਲਓ। ਪਰ ਗੁਰਮੁਖ ਇਹ ਨਹੀਂ ਕਹਿੰਦਾ ਕਿ ਜਿਵੇਂ ਤੁਹਾਨੂੰ ਠੀਕ ਲੱਗੇ। ਗੁਰਮੁਖ ਕਹਿੰਦਾ, ਪਰਮੇਸ਼ਰ ਨੂੰ ਕਹਿੰਦਾ ਵੀ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰਾ, ਜਿਉਂ ਭਾਵ ਤਿਉਂ ਰਾਖ ਲੈ, ਜਿਵੇਂ ਤੈਨੂੰ ਪਾਉਂਦਾ ਹੈ। ਸਾਡੀ ਮਰਜ਼ੀ ਨਾ ਦੇਖ, ਤੈਨੂੰ ਕੀ ਠੀਕ ਲੱਗਦਾ ਉਹ ਕਰਾ। ਤੂੰ ਸਮਰੱਥ ਵੱਡਾ, ਤੂੰ ਤਾਂ ਮਾਲਕ ਹੈ। ਮੇਰੀ ਮਤ ਥੋੜੀ ਰਾਮ, ਮੇਰੀ ਤਾਂ ਮਤ ਬਹੁਤ ਥੋੜੀ ਹੈ। ਤੂੰ ਦੱਸ ਜੋ ਕਰਾਉਣਾ ਕਰਾਂਗੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਕਹਿੰਦੇ ਜੇ ਤੂੰ ਮੇਰਾ ਹੋ ਜਾਵੇ, ਉਹ ਕਹਿੰਦੇ ਸਭ ਜਗ ਤੇਰਾ ਹੋ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਸਾਰਾ ਕੁਝ ਉਹਦੇ ਅੱਗੇ ਭੇਟਾ ਕਰ ਦੇਵੇ ਤਾਂ ਫੇਰ ਇਹਦਾ ਬਾਣੀ ਸੁਣਦੀ। ਕਰਨੀ ਕੀਰਤ ਕੀ ਹੈ? ਥੋੜੀ ਜਿਹੀ ਆਪਾਂ ਗੁਰਬਾਣੀ ਤੋਂ ਇਹ ਵੀ ਸੋਝੀ ਲੈਂਦੇ, ਕਿਉਂਕਿ ਗੁਰਬਾਣੀ ਕਹੇ, ਜੋ ਗੁਰਬਾਣੀ ਕਹਿ ਰਹੀ ਹੈ ਆਪਾਂ ਤਾਂ ਉਹੀ ਮੰਨਣਾ। ਅੰਗ 25 ਉੱਪਰ ਵੀ ਪਾਤਸ਼ਾਹ ਕਹਿੰਦੇ, ਜਹ ਕਰਨੀ ਤਹ ਪੂਰੀ ਮਤ, ਕਰਨੀ ਵਾਜੋਂ ਕੱਟੇ ਕੱਟ। ਕਹਿੰਦੇ ਜਹ ਕਰਨੀ ਤਹ ਪੂਰੀ ਮਤ, ਜਿਹਦੇ ਕੋਲ ਪੂਰੀ ਸੋਝੀ ਹੈ ਅਸਲ ਵਿੱਚ ਉਹੀ ਕਰਨੀ ਹੈ। ਪੂਰੀ ਮਤ ਤੋਂ ਬਿਨਾਂ ਕਰਨੀ ਵਾਜੋਂ ਕੱਟੇ ਕੱਟ। ਪੂਰੀ ਮਤ ਤੋਂ ਬਿਨਾਂ ਘਾਟਾ ਹੀ ਘਾਟਾ ਹੈ, ਕਿਤੇ ਨਾ ਕਿਤੇ ਕਮਜ਼ੋਰੀ ਹੈ। ਅੰਗ 51 ਉੱਪਰ ਵੀ ਪਾਤਸ਼ਾਹ ਕਹਿੰਦੇ, ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਆਹ ਸਤ ਸੰਤੋਖ, ਪਹਿਲੀ ਗੱਲ ਤਾਂ ਸਤ ਸੰਤੋਖ ਹੋਣਾ ਜ਼ਰੂਰੀ ਹੈ। ਕੱਲਾ ਸੰਤੋਖ ਮਾਇਆ ਚੋਂ ਹੋ ਜਾਂਦਾ, ਕੋਈ ਵੱਡੀ ਗੱਲ ਨਹੀਂ, ਬਹੁਤ ਲੋਕ ਨੇ, ਪਰ ਸਤ ਸੰਤੋਖ ਕਿਸੇ ਬਿਰਲੇ ਨੂੰ ਹੁੰਦਾ ਹੈ। ਇੱਕ ਤਾਂ ਹੁੰਦਾ ਬੰਦਾ ਵੀ ਹੈ ਨਹੀਂ ਕੁਛ, ਉਹ ਕਹਿੰਦਾ ਜੀ ਮੈਂ ਤਾਂ ਛੱਡਿਆ ਸਾਰਾ ਕੁਛ, ਉਹਦੇ ਕੋਲ ਹੈ ਹੀ ਨਹੀਂ, ਛੱਡੇ ਹੀ ਹੈ। ਇੱਕ ਕੋਲ ਹੈ ਸਾਰਾ ਕੁਛ ਫਿਰ ਵੀ ਛੱਡ ਦੇਵੇ, ਉਹ ਹੈ ਸਤ ਸੰਤੋਖ। ਸਭ ਕੁਝ ਹੁੰਦੇ ਹੋਏ ਵੀ ਲਿਪਤ ਨਹੀਂ ਹੈ। ਪਾਤਸ਼ਾਹੀਆਂ ਕੋਲ ਸਾਰਾ ਕੁਝ ਸੀਗਾ, ਲਿਪਤ ਨਹੀਂ ਸੀ, ਕਿਸੇ ਚੀਜ਼ ਦਾ ਮੋਹ ਨਹੀਂ ਸੀ, ਕਿਸੇ ਚੀਜ਼ ਨਾਲ ਪਕੜ ਨਹੀਂ ਸੀ, ਉਹ ਸੀ ਸਤ ਸੰਤੋਖ। ਗੁਰਮੁਖਾਂ ਕੋ ਹੁੰਦਾ ਸਤ ਸੰਤੋਖ। ਫਿਰ ਦਇਆ ਕਮਾਵੇ, ਦੇਖੋ ਦਇਆ ਵੀ ਕਰਦਾ ਉਹ ਇਹ ਨਹੀਂ ਕਿ ਮੈਂ ਹੀ ਸਤ ਸੰਤੋਖ ਧਾਰ ਲਿਆ ਬਸ ਮੈਂ ਤਾਂ ਨਿਕਲ ਗਿਆ, ਮੈਨੂੰ ਕੀ ਬਾਕੀਆਂ ਦਾ, ਮੈਂ ਕੀ ਲੈਣਾ ਸੰਸਾਰ ਤੋਂ। ਪਰ ਉਹ ਦਇਆ ਵੀ ਕਰਦਾ ਉਹਨਾਂ ਤੇ। ਦਇਆ ਜਾਣੇ ਜੀ ਕੀ, ਉਸ ਜੀ ਦੇ ਉੱਪਰ, ਉਹ ਆਤਮਾ ਦੇ ਉੱਪਰ ਦਇਆ ਕਰਦਾ ਕਿ ਕਿਛ ਪੁੰਨ ਦਾਨ ਕਰੇ, ਵੀ ਤੂੰ ਵੀ ਪੁੰਨ ਕਮਾ, ਤੂੰ ਵੀ ਭਾਣੇ ਵਿੱਚ ਆ, ਤੂੰ ਵੀ ਹੁਕਮ ਵਿੱਚ ਆ, ਤੂੰ ਵੀ ਉਹਦੀ ਰਜਾ ਨੂੰ ਮੰਨ। ਜੇ ਤੂੰ ਉਹਦੀ ਰਜਾ ਨੂੰ ਮੰਨੇਗਾ ਤੂੰ ਵੀ ਸਤ ਸੰਤੋਖੀ ਹੋਵੇਗਾ। ਇਹ ਕਰਨੀ ਸਾਰ, ਇਹ ਹੈ ਕਰਨੀ ਸਾਰ, ਹੋਰ ਕੋਈ ਕਰਨੀ ਨਹੀਂ ਹੈ, ਇਹੀ ਸਾਰ ਤੱਤ ਹੈ। ਅੰਗ 113 ਉੱਪਰ ਪਾਤਸ਼ਾਹ ਕਹਿੰਦੇ, ਗੁਰਮੁਖ ਕਰਨੀ ਸੱਚੇ ਸੇਵਾ ਹੈ, ਸਾਚੇ ਜਾਏ ਸਮਾ ਬਣਿਆ। ਗੁਰਮੁਖੀ ਕਰਨੀ ਹੁੰਦੀ ਹੈ ਸ਼ਰਮ, ਮਿਹਨਤ, ਆਪਣਾ ਆਪਾ ਭੇਟਾ ਕਰਨਾ। ਕੀਰਤ ਹੁੰਦੀ ਹੈ ਸਿਫਤ ਕਰਨੀ, ਸਿਫਤ ਕਰਨੀ ਆਪਣੇ ਮੂਲ ਦੀ, ਆਪਣੇ ਪਿਓ ਦੀ, ਆਪਣੀ ਮਾਂ ਦੀ, ਆਪਣੇ ਗੁਰ ਦੀ, ਆਪਣੇ ਸੁਆਮੀ ਦੀ, ਆਪਣੇ ਪ੍ਰਭ ਦੀ, ਆਪਣੇ ਮੂਲ ਦੀ, ਆਪਣੇ ਬਿੰਦ ਦੀ। ਗੁਰਮੁਖ ਕਰਨੀ, ਜਿਹੜੀ ਗੁਰਮੁਖ ਦੀ ਮਿਹਨਤ ਹੈ। ਗੁਰਮੁਖ ਕੀ ਕਰਦਾ ਹੈ? ਸੱਚੇ ਸੇਵਾ। ਆਹ ਹੈ ਗੁਰਮੁਖ ਦੀ ਕਰਨੀ, ਕਿ ਸੱਚ ਦੀ ਸੇਵਾ ਕਰਨੀ, ਸੱਚ ਦੀ ਸੋਝੀ ਪ੍ਰਾਪਤ ਕਰਨੀ ਹੈ। ਸਾਚੇ ਜਾਏ ਸਮਾਵਣਾ, ਦੇਖੋ ਗਾਹਾਂ ਪਾਤਸ਼ਾਹ ਲਿਖਦਾ ਸਾਚੇ ਜਾਏ ਸਮਾਵਣਿਆ। ਉਹ ਜਿਹੜੇ ਸਾਚੇ ਨੇ, ਸੱਚਖੰਡ ਵਾਲੀਆਂ ਜੋਤਾਂ ਨੇ, ਸਾਰੇ ਉਹਨਾਂ ਵਿੱਚ ਜਾ ਕੇ ਇਹਨੇ ਵੀ ਸਮਾ ਜਾਣਾ, ਉੱਥੇ ਜਾ ਕੇ ਇਹਨੇ ਵੀ ਬਹਿ ਜਾਣਾ। ਪਰ ਬੈਠੂਗਾ ਉਦੋਂ ਜਾ ਕੇ ਜਦੋਂ ਇਹ ਸੱਚ ਦੀ ਸੇਵਾ ਕਰਕੇ ਜਾਊਗਾ। ਜਿੰਨਾ ਚਿਰ ਸੱਚ ਦੀ ਸੇਵਾ ਨਹੀਂ ਕਰਦਾ ਉਨਾ ਚਿਰ ਨਹੀਂ ਉਹਨਾਂ ਨੇ ਬੈਠਣ ਦੇਣਾ, ਉਨਾ ਚਿਰ ਤਾਂ ਉਹ ਕਹਿੰਦੇ ਵੀ ਤੂੰ ਬਾਹਰ ਚੱਲ। ਸੋ ਸੁਣਿਆ ਸਰਾਂ ਗੁਣਾ ਕੇ ਗਾ। ਕ੍ਰਿਸ਼ਨ ਤੇ ਮੁਰਾਰ ਬਾਰੇ ਵੀ ਗੁਰਬਾਣੀ ਬਚਨ ਕਰਦੀ ਹੈ, ਕਿਉਂਕਿ ਅੱਗੇ ਬਚਨ ਆਇਆ ਸੀ ਨਾ ਪਹਿਲਾਂ, ਕਲ ਕਲਵਾਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੋਆ। ਆਪਾਂ ਉਹਦੀ ਵੀ ਥੋੜ੍ਹੀ ਜਿਹੀ ਸੋਝੀ ਪ੍ਰਾਪਤ ਕਰਾਂਗੇ ਗੁਰਬਾਣੀ ਤੋਂ। ਅੰਗ 504 ਉੱਪਰ ਪਾਤਸ਼ਾਹ ਕਹਿੰਦੇ, ਵੱਡੇ ਭਾਗ ਗੁਰ ਸੇਵਾ ਹੈ ਆਪਣਾ, ਭੇਦ ਨਾਹੀ ਗੁਰਦੇਵ ਮੁਰਾਰ। ਹੁਣ ਜਿਹੜਾ ਕ੍ਰਿਸ਼ਨ ਹੈ ਗੁਰਬਾਣੀ ਮੁਤਾਬਕ
ਉਹ ਹੈ ਮਨ, ਜਿਹੜਾ ਗੁਰਮਤਿ ਵਾਲਿਆਂ ਦਾ ਕ੍ਰਿਸ਼ਨ ਹੈ। ਇੱਕ ਸੰਸਾਰ 'ਚ ਵਿਅਕਤੀ ਵੀ ਕ੍ਰਿਸ਼ਨ ਹੋਇਆ ਇਸ ਧਰਤੀ ਦੇ ਉੱਪਰ, ਜਿਵੇਂ ਰਾਮਚੰਦਰ ਵਿਅਕਤੀ ਹੋਇਆ, ਇਸੇ ਤਰ੍ਹਾਂ ਕ੍ਰਿਸ਼ਨ ਵੀ ਇੱਕ ਵਿਅਕਤੀ ਹੋਇਆ। ਇੱਕ ਕ੍ਰਿਸ਼ਨ ਦੇ ਅੰਦਰ ਵੀ ਕ੍ਰਿਸ਼ਨ ਸੀ, ਇੱਕ ਰਾਮਚੰਦਰ ਦੇ ਅੰਦਰ ਵੀ ਰਾਮ ਸੀ, ਤੇ ਰਾਮਚੰਦਰ ਦੇ ਅੰਦਰ ਕ੍ਰਿਸ਼ਨ ਵੀ ਸੀ, ਕ੍ਰਿਸ਼ਨ ਦੇ ਅੰਦਰ ਵੀ ਰਾਮ ਸੀ। ਜਿਹਦੀ ਗੱਲ ਗੁਰਬਾਣੀ ਕਹਿੰਦੀ ਸਭੇ ਘਟ ਰਾਮ ਬੋਲੇ। ਹੁਣ ਘਟ ਤਾਂ ਕ੍ਰਿਸ਼ਨ ਜੀ ਦੇ ਅੰਦਰ ਵੀ ਸੀ, ਜਿਹੜੀ ਉਹਦੀ ਹਿਊਮਨ ਬੋਡੀ, ਬਾਹਰਲਾ ਸਰੀਰ ਦਾ ਨਾਮ ਕ੍ਰਿਸ਼ਨ ਸੀ, ਉਹਦੇ ਅੰਦਰ ਵੀ ਸੀਗਾ ਰਾਮ। ਤੇ ਜਿਹੜਾ ਬਾਹਰਲੀ ਬੋਡੀ ਦਾ ਰਾਜਾ ਰਾਮਚੰਦਰ ਹੈ, ਉਹਦੇ ਅੰਦਰ ਵੀ ਕ੍ਰਿਸ਼ਨ ਸੀਗਾ। ਉਹ ਅੱਜ ਵੀ ਹੈ। ਵੱਡੇ ਭਾਗ ਗੁਰ ਸੇਵਾ ਆਪਣਾ, ਭੇਦ ਨਹੀਂ ਗੁਰਦੇਵ ਮੁਰਾਰ। ਮੁਰਾਰ ਕੀ ਹੈ? ਸਾਡਾ ਆਪਣਾ ਮੂਲ ਹੈ, ਜਿਹਨੇ ਖਤਮ ਨਹੀਂ ਹੋਣਾ। ਕ੍ਰਿਸ਼ਨ ਮਰਦਾ ਹੈ, ਮਨ ਮਰਦਾ ਹੈ, ਮਨ ਦੀ ਇੱਛਾ ਹੀ ਹੈ, ਇੱਛਾ ਦਾ ਹੀ ਸਮੂਹ ਮਨ ਹੈ। ਧਿਆਨ ਹੈ, ਧਿਆਨ ਖਤਮ ਹੋ ਜਾਂਦਾ ਹੈ। ਧਿਆਨ ਧੁਨ ਮੈਂ ਸਮਾ ਜਾਂਦਾ, ਜਾ ਕੇ ਹੁਕਮ 'ਚ ਸਮਾ ਜਾਂਦਾ, ਮੂੜ ਨਾਲ ਸਮਾ ਜਾਂਦਾ। ਕਹਿੰਦੇ ਵੱਡੇ ਭਾਗ, ਕਹਿੰਦੇ ਉਹਦਾ ਬਹੁਤ ਵਿਸ਼ਾਲ ਹਿਰਦਾ ਹੁੰਦਾ ਹੈ। ਗੁਰ ਸੇਵਾ, ਜੋ ਗੁਰਬਾਣੀ ਦੀ ਗੱਲ ਨੂੰ ਵਿਚਾਰਦਾ ਹੈ, ਜੋ ਗੁਰਬਾਣੀ ਦੇ ਫਰਮਾਨ ਨੂੰ ਆਪਣੇ ਉੱਪਰ ਲਾਗੂ ਕਰਦਾ ਹੈ। ਆਪਣਾ ਭੇਦ ਨਹੀਂ ਗੁਰਦੇਵ ਮੁਰਾਰ। ਕਹਿੰਦੇ ਫਿਰ ਉਹਨੂੰ ਭੇਦ ਹੀ ਨਹੀਂ ਹੁੰਦਾ, ਕੋਈ ਫਰਕ ਹੀ ਨਹੀਂ ਉਹਨੂੰ ਹੁੰਦਾ। ਉਹਨੂੰ ਪਤਾ ਲੱਗ ਜਾਂਦਾ ਵੀ ਗੁਰਦੇਵ ਵੀ ਉਹੀ ਹੈ, ਮੁਰਾਰ ਵੀ ਉਹੀ ਹੈ। ਉਹ ਗੁਰਦੇਵ ਨੂੰ ਤੇ ਮੁਰਾਰ ਨੂੰ ਵੱਖਰਾ ਨਹੀਂ ਗਿਣਦਾ। ਉਹ ਕਹਿੰਦਾ ਇਹੀ ਮੇਰੀ ਮਾਂ ਹੈ, ਇਹੀ ਮੇਰਾ ਪਿਓ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਇੱਕੋ ਹੀ ਜਾਣਾ, ਦੋ ਤਾਂ ਹੈ ਨਹੀਂ। ਗੁਰਦੇਵ ਮਾਤਾ, ਗੁਰਦੇਵ ਪਿਤਾ। ਉਹਨੂੰ ਗੁਰਦੇਵ ਨੂੰ ਪਿਤਾ ਵੀ ਕਹਿਤਾ, ਗੁਰਦੇਵ ਨੂੰ ਮਾਤਾ ਵੀ ਕਹਿਤਾ। ਆਤਮਾ ਦਾ ਲਿੰਗ ਬਲਿੰਗ ਨਹੀਂ ਹੈ। ਜਦੋਂ ਆਤਮਾ ਸਰੀਰ 'ਚ ਆਉਂਦੀ, ਉਦੋਂ ਲਿੰਗ ਬਲਿੰਗ ਕਰਕੇ ਸਮਝਾਇਆ ਜਾਂਦਾ ਹੈ। ਅੰਗ 98 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦੇਖੋ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਜਦੋਂ ਆਤਮਾ ਪ੍ਰਾਤਮਾ ਇੱਕ ਹੁੰਦੀ ਹੈ, ਸੰਗੀ ਕ੍ਰਿਸ਼ਨ ਵੀ ਹੈ ਤੇ ਮੁਰਾਰੇ ਵੀ ਹੈ, ਦੋਨੇ ਇੱਕੋ ਹੀ ਨੇ। ਅੰਗ 1351 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਹ੍ਰਿਦੇ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ। ਕਹਿੰਦੇ ਹ੍ਰਿਦੇ ਦੇ ਅੰਦਰ ਕੀ ਹੈ? ਕੂੜ ਹੈ, ਝੂਠ ਹੈ। ਜਿਹੜਾ ਰਾਮ ਹੈ, ਮੂਲ ਹੈ, ਉਹਦੇ ਕੋਲ ਤਾਂ ਝੂਠ ਦੀ ਸੋਝੀ ਹੈ। ਮੂਲ ਨੂੰ ਤਾਂ ਸੋਝੀ ਭਰਮ ਹੈ। ਹੁਣ ਤਾਂ ਕੰਠ ਰੁਦਰਾਖੰ, ਕੰਠ ਦੇ ਵਿੱਚ ਕੀ ਹੈ? ਰੁਦਰਾਖੰ। ਬੋਲਣ ਵਾਸਤੇ ਰੁਦਰ ਦੀ ਗੱਲ ਕਰਦਾ, ਵੈਰਾਗੀ ਗੱਲਾਂ ਕਰਦਾ, ਸੰਸਾਰ ਛੱਡਣ ਦੀਆਂ ਗੱਲਾਂ ਕਰਦਾ। ਬੋਲਦਾ ਇਹ ਹੈ ਵੀ ਸੰਸਾਰ ਛੱਡ ਕੇ ਜਾਣਾ, ਨਾਲ ਕੁਝ ਨਹੀਂ ਜਾਣਾ। ਪਰ ਹਿਰਦੇ ਦੇ ਅੰਦਰ ਕੀ ਹੈ? ਹ੍ਰਿਦੇ ਕੂੜ। ਹਿਰਦੇ ਦੇ ਅੰਦਰ ਕੀ ਹੈ? ਸੰਸਾਰ ਦੀ ਪਕੜ ਹੈ, ਸੰਸਾਰ 'ਚ ਵੱਡਾ ਹੋਣ ਦੀ ਪਕੜ ਹੈ। ਰੇ ਲੰਪਟ, ਇਹ ਚੋਰ ਆ ਕਹਿੰਦੇ ਤੂੰ, ਕ੍ਰਿਸ਼ਨ ਅਪਾਖ। ਜਿਹੜਾ ਲੰਪਟ ਹੈ, ਚੋਰ ਹੈ, ਉਹ ਮਨ ਹੈ। ਮਨ ਦੇ ਅੰਦਰ ਕੀ ਆ? ਪਾਖਿੰਗ ਹੈ। ਉਹਦੀ ਭਾਖਿਆ ਜਿਹੜੀ, ਉਹ ਮਾਇਆ ਦੀ ਹੈ। ਜਿਨੀ ਮਨ ਹੋਰ, ਮੁੱਖ ਹੋਰ। ਮੁੱਖ 'ਚ ਕੁਛ ਹੋਰ ਹੈ, ਮਨ 'ਚ ਕੁਛ ਹੋਰ ਹੈ। ਸੇ ਕਾਂਡੇ ਕੱਚੇ। ਹੁਣ ਕੱਚੇ ਕਿੱਥੇ ਨੇ? ਦਰਗਾਹ ਦੇ ਅੰਦਰ। ਇੱਥੇ ਵੀ ਅੱਲਾ ਕਹਿ ਹੀ ਦਿੰਦਾ ਵੀ ਇਹ ਬੰਦੇ ਦਾ ਯਕੀਨ ਨਹੀਂ ਕਰਨਾ ਚਾਹੀਦਾ। ਹੁਣ ਹੋ ਆਹ ਗੱਲ ਕਹੀ ਆ, ਮਿੰਟ ਕੁ ਬਾਅਦ ਬਦਲ ਦਿੰਦਾ ਗੱਲ ਨੂੰ। ਕਿਸੇ ਗੱਲ ਤੇ ਖੜੇ ਤਾਂ ਸਹੀ। ਬਚਨ ਕਰੇ ਤੇ ਖਿਸਕ ਜਾਏ ਸੋ ਨਰ ਕੱਚਾ। ਅਸਲ ਵਿੱਚ ਜਿਹੜਾ ਨਰ ਹੁੰਦਾ ਹੈ, ਉਹ ਬਚਨ ਕਰਕੇ ਕਦੇ ਖਿਸਕੇ ਨਹੀਂ ਸਕਦਾ। ਬਚਨ ਕਰਕੇ ਖਿਸਕਦਾ ਹੀ ਉਹ ਆ ਜਿਹੜਾ ਨਰ ਨਹੀਂ ਹੈ। ਉਹ ਮੰਨਦਾ ਵੀ ਮੈਂ ਨਰ ਹਾਂ, ਪਰ ਉਹ ਨਰ ਨਹੀਂ ਹੈ। ਬਚਨ ਹੁੰਦਾ ਸੱਚ, ਜਿਹਦੇ ਕੋਲ ਪੂਰੀ ਸੋਝੀ ਹੈ, ਉਹ ਕਦੇ ਨਹੀਂ ਬਦਲਦਾ। ਹਾਂ, ਉਹਦੇ ਸ਼ਬਦਾਂ ਦੇ ਵਿੱਚੋਂ ਸਾਨੂੰ ਸਮਝਣਾ ਜ਼ਰੂਰ ਪੈਂਦਾ ਹੈ, ਇਹ ਗੱਲ ਠੀਕ ਹੈ। ਅੱਜ ਸਾਨੂੰ ਗੁਰਬਾਣੀ ਤੋਂ ਸੋਝੀ ਜ਼ਰੂਰ ਲੈਣੀ ਪਊਗੀ। ਅੰਗ 1353 ਉੱਪਰ ਵੀ ਪਾਤਸ਼ਾਹ ਕਹਿੰਦੇ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਤ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ। ਕਹਿੰਦੇ ਇੱਕ ਹੋ ਜਾਓਗੇ ਜਦੋਂ ਤੁਸੀਂ, ਮਨ ਇੱਕ ਹੋ ਜਾਂਦਾ, ਕ੍ਰਿਸ਼ਨ ਇੱਕ ਹੋ ਜਾਂਦਾ, ਮੂਲ ਨਾਲ ਜੁੜ ਜਾਂਦਾ, ਤਾਂ ਸਰਬ ਦੇਵਾ, ਤਾਂ ਸਾਰਿਆਂ ਨਾਲੋਂ ਸ੍ਰੇਸ਼ਟ ਹੀ ਬਣ ਜਾਂਦਾ ਹੈ। ਦੇਵ ਦੇਵਾਤ, ਫਿਰ ਦੇਵ ਕੀ ਦਿੰਦਾ ਹੈ? ਕੁਛ ਆਤਮਾ ਹੈ। ਆਤਮਾ ਨੂੰ ਕੁਛ ਦੇਣ ਵਾਲਾ ਦੇਵ ਹੈ।
ਅੰਤਰਦੇਵ ਜਿਹੜਾ ਸਾਡਾ ਮੂਲ ਆ, ਉਹ ਆਤਮਾ ਨੂੰ ਫਿਰ ਸੋਝੀ ਦਿੰਦਾ ਹੈ। ਇਹ ਸੀਗਾ ਸੁਣਿਆ ਸਾਰਾ ਗੁਣਾ ਕੇ ਕਾ, ਕਿ ਜਿਨ੍ਹਾਂ ਜਿਨ੍ਹਾਂ ਨੂੰ ਤੁਰਕੀ ਬਾਣੀ ਆਈ ਉਹਨਾਂ ਨੇ ਉਹਨਾਂ ਗੁਣਾਂ ਨੂੰ ਜਾਣਿਆ ਤੇ ਜਾਣ ਕੇ ਦੂਜਿਆਂ ਨੂੰ ਵੀ ਦੱਸਿਆ। ਸੁਣਿਆ ਸੇਖ ਪੀਰ ਪਾਤਸ਼ਾਹ। ਉਸ ਤੋਂ ਅਗਲਾ ਬਚਨ ਨਾਲ ਹੀ ਪਾਤਸ਼ਾਹ ਨੇ ਕੀਤਾ ਕਿ ਸਾਰਿਆਂ ਗੁਣਾਂ ਦਾ ਅਗਾਹ ਜਿਹੜਾ ਜਾਣੂ ਹੈ, ਹੁਕਮ ਦੇ ਪਰਮੇਸ਼ਰ ਦੇ ਗੁਣਾਂ ਦੇ ਜਿਹੜੇ ਵੀ ਜਾਣੂ ਸਨ ਉਹਨਾਂ ਨੇ ਗਾਇਨ ਵੀ ਕੀਤੇ ਹੈ। ਗੁਰਬਾਣੀ ਵਿੱਚ ਭਗਤਾਂ ਨੇ ਸਾਨੂੰ ਪਰਮੇਸ਼ਰ ਦੇ ਗੁਣਾਂ ਬਾਰੇ ਦੱਸਿਆ, ਸਾਨੂੰ ਸਾਡੇ ਮੂਲ ਬਾਰੇ ਸੋਝੀ ਕਰਵਾਈ ਹੈ, ਉਹਨਾਂ ਦੀ ਉਹ ਜਾਣਕਾਰੀ ਦੇ ਰਹੇ ਹਨ। ਸੋ ਸਾਰੇ ਗੁਣ ਹੀ ਪਰਮੇਸ਼ਰ ਦੇ ਨੇ, ਬਸ ਸਾਡੇ ਮੂਲ ਦੇ ਨੇ। ਸਾਡੇ ਮੂਲ ਦੇ ਵਿੱਚ ਵੀ ਉਹੀ ਗੁਣ ਨੇ ਜਿਹੜੀਆਂ ਜੋਤਾਂ ਸੱਚਖੰਡ ਵਿੱਚ ਬੈਠੀਆਂ ਨੇ। ਸੋ ਸਾਨੂੰ ਭਟਕਣ ਤੋਂ ਬਚਾਉਂਦੇ ਆ। ਸੁਣਨ ਵਾਲਾ ਸਮਝਣ ਵਾਲਾ ਖੁਦ ਹੀ ਸੇਖ ਵੀ ਹੁੰਦਾ ਹੈ, ਪੀਰ ਵੀ ਹੁੰਦਾ ਹੈ ਤੇ ਪਾਤਸ਼ਾਹ ਵੀ ਹੁੰਦਾ ਹੈ। ਜਿਵੇਂ ਅਸੀਂ ਵੀ ਜਿਹਦੇ ਕੋਲ ਜਿੰਨੀ ਜਿੰਨੀ ਸਮਝ ਆਉਂਦੀ ਹੈ, ਜਿੰਨੀ ਜਿੰਨੀ ਸੋਝੀ ਆਉਂਦੀ ਹੈ, ਉਨਾ ਉਨਾ ਉਹਦਾ ਰੁਤਬਾ ਵੱਧਦਾ ਚਲੇ ਜਾਂਦਾ। ਜਿਵੇਂ ਬੱਚਾ ਸਕੂਲ 'ਚ ਪੜ੍ਹਦਾ ਹੈ, ਜਿੰਨਾ ਜਿੰਨਾ ਜ਼ਿਆਦਾ ਪੜ੍ਹਦਾ ਉਹ ਦੂਜੇ ਬੱਚੇ ਨੂੰ ਆਪਾਂ ਕਹਿੰਦੇ ਵੀ ਆਹ ਮੁੰਡਾ ਉਹਨਾਂ ਨੂੰ ਹੁਸ਼ਿਆਰ ਹੈ, ਇਹ ਥੋੜ੍ਹੇ ਜਿਹੇ ਕਮਜ਼ੋਰ ਨੇ। ਪੜ੍ਹਾਈ ਤਾਂ ਉਹ ਵੀ ਪੜ੍ਹਦੇ ਆ, ਪੜ੍ਹਾਈ ਉਹ ਵੀ ਪੜ੍ਹਦਾ, ਉਹ ਹੁਸ਼ਿਆਰ ਲੱਗ ਗਿਆ ਉਹਦੇ ਨਾਲ, ਉਹ ਹੋਰ ਜ਼ਿਆਦਾ ਪੜ੍ਹਦਾ ਉਹਨੂੰ ਮੋਨੀਟਰ ਬਣਾ ਦਿੰਦੇ ਆ। ਬੱਚਾ ਤਾਂ ਉਹੀ ਹੈ, ਪਰ ਉਹਦਾ ਜਿਹੜਾ ਬੌਧਿਕ ਬਲ ਵੱਧਦਾ, ਬੌਧਿਕ ਬਲ ਵਧਣ ਦੇ ਨਾਲ ਉਹਦਾ ਅਹੁਦਾ ਵੀ ਵੱਧਦਾ ਹੈ। ਇਸੇ ਤਰ੍ਹਾਂ ਗੁਰਮਤਿ ਵਿੱਚ ਵੀ ਹੈ ਕਿ ਸੁਣਿਆ ਸੇਖ। ਸੇਖ ਇੱਕ ਇਸਲਾਮ ਦੇ ਵਿੱਚ ਵੀ ਸੇਖ ਮੰਨੇ ਜਾਂਦੇ ਆ, ਉਹ ਬਾਹਰਲੀ ਬਾਡੀ ਨੂੰ ਸ਼ੇਖ ਮੰਨਦੇ, ਪਰ ਗੁਰਮਤਿ ਆਤਮਕ ਤੌਰ ਤੇ ਸੇਖ ਮੰਨਦੀ ਹੈ। ਗੁਰਮਤਿ ਪੀਰ ਅੰਤਰਾਤਮਾ ਨੂੰ ਮੰਨਦੀ ਹੈ, ਸੰਸਾਰ 'ਚ ਪੀਰ ਇੱਕ ਧਾਰਮਿਕ ਆਗੂ ਨੂੰ ਮੰਨਿਆ ਜਾਂਦਾ ਹੈ। ਸੰਸਾਰ 'ਚ ਪਾਤਸ਼ਾਹ ਰਾਜੇ ਨੂੰ ਮੰਨਿਆ ਜਾਂਦਾ, ਗੁਰਮਤਿ 'ਚ ਪਾਤਸ਼ਾਹ ਉਹਨੂੰ ਮੰਨਿਆ ਜਾਂਦਾ ਜਿਹਦੀ ਪੱਤ ਢਕੀ ਹੋਈ ਹੈ, ਜਿਹੜਾ ਇੱਜ਼ਤ ਵਾਲਾ ਹੈ, ਦਰਗਾਹੀ ਇੱਜ਼ਤ ਵਾਲਾ ਹੈ। ਸੋ ਇਹ ਫਰਕ ਹੈ। ਜਿਵੇਂ ਨਾਨਕ ਜੀ ਨੂੰ ਵੀ ਪੀਰ ਕਹਿੰਦੇ ਸੀਗੇ, ਪਾਤਸ਼ਾਹ ਵੀ ਕਹਿੰਦੇ ਆ। ਸੋ ਸੁਣਨ ਵਾਲਾ ਸਮਝਾਉਣ ਵਾਲਾ ਖੁਦ ਹੀ ਸ਼ੇਖ ਪੀਰ, ਹੋਰ ਵੱਡਾ ਕਹਿ ਲਓ। ਜਿੰਨੀ ਜਿੰਨੀ ਵੀ ਕਿਸੇ ਕੋਲ ਸਮਝ ਆਉਂਦੀ ਹੈ ਉਨਾ ਹੀ ਉਹਦੇ ਕੋਲ ਰੁਤਬੇ ਵੀ ਬਣਦੇ ਚਲੇ ਜਾਂਦੇ ਆ। ਸਤਿਕਾਰ ਨਾਲ ਲੋਕ ਕਹਿ ਦਿੰਦੇ ਆ, ਪਰ ਜਿਹੜੇ ਲੋਕ ਸਤਿਕਾਰ ਨਾਲ ਕਹਿੰਦੇ ਆ ਉਹ ਉਹਨਾਂ ਦਾ ਸਤਿਕਾਰ ਤਾਂ ਜ਼ਰੂਰ ਹੈ, ਪਰ ਉਹਨਾਂ ਨੂੰ ਸਤਿਕਾਰ ਦੇ ਨਾਲ ਉਸ ਗੱਲ ਦੀ ਸੋਝੀ ਵੀ ਹੋਣੀ ਚਾਹੀਦੀ ਕਿ ਇਹ ਵਾਕਈ ਇਹ ਵਿਅਕਤੀ ਸਤਿਕਾਰ ਦੇ ਯੋਗ ਹੈ ਵੀ। ਅਗਰ ਉਹ ਸਤਿਕਾਰ ਦੇ ਯੋਗ ਹੀ ਨਹੀਂ ਤਾਂ ਉਹਨੂੰ ਗੁਰਬਾਣੀ ਦੇ ਸ਼ਬਦ ਨਹੀਂ ਉਹਦੇ ਨਾਲ ਲਾ ਦੇਣੇ ਚਾਹੀਦੇ। ਗੁਰੂ ਨਾਨਕ ਸਾਹਿਬ ਨੂੰ ਪੀਰ ਜਦੋਂ ਉਹਨਾਂ ਨੇ ਆਖਿਆ ਸੀ, ਐਵੇਂ ਨਹੀਂ ਸੀ ਕਹਿਤਾ। ਗੁਰੂ ਨਾਨਕ ਸਾਹਿਬ ਦੇ ਅੰਦਰ ਪੀਰ ਵਾਲੀ ਕੁਆਲਿਟੀ ਵੀ ਸੀ। ਪੀਰ ਦਾ ਅਰਥ ਹੁੰਦਾ ਜਿਹਦੇ ਅੰਦਰ ਕਿਸੇ ਕਿਸਮ ਦੀ ਪੀੜਾ ਹੀ ਨਹੀਂ, ਹਰ ਇੱਕ ਪੀੜਾ ਤੋਂ ਜਿਹੜਾ ਉੱਚਾ ਬੈਠਾ। ਉਹ ਤਾਂ ਪਾਤਸ਼ਾਹ ਸੀਗੇ ਹੀ ਸੀਗੇ। ਪਾਤਸ਼ਾਹ ਵੀ ਉਹਨਾਂ ਨੂੰ ਤਾਂ ਹੀ ਆਖੇ ਸੀ। ਇੱਕ ਰਾਜੇ ਨੂੰ, ਸੰਸਾਰੀ ਨੂੰ ਪਾਤਸ਼ਾਹ ਆਖਿਆ ਜਾਂਦਾ, ਇੱਕ ਭਗਤ ਨੂੰ ਪਾਤਸ਼ਾਹ ਆਖਿਆ ਜਾਂਦਾ। ਭਗਤ ਆਪਣੀ ਇੱਜ਼ਤ ਬਚਾ ਕੇ ਰੱਖਦਾ ਤੇ ਦੂਜਿਆਂ ਦੀ ਇੱਜ਼ਤ ਬਚਾਉਣ ਦੇ ਲਈ ਯੋਗਦਾਨ ਪਾਉਂਦਾ। ਸੰਸਾਰੀ ਰਾਜਾ ਆਪਣੀ ਇੱਜ਼ਤ ਬਚਾਉਣੀ ਚਾਹੁੰਦਾ, ਦੂਜਿਆਂ ਦੀ ਪੱਤ ਰੋਲਣੀ ਚਾਹੁੰਦਾ, ਤਾਂ ਹੀ ਰਾਜ ਕਰੂਗਾ ਦੂਜਿਆਂ ਦੇ ਉੱਪਰ। ਕਿਉਂਕਿ ਦੂਜਿਆਂ ਨੂੰ ਨੀਵਾਂ ਸਮਝੂਗਾ, ਆਪਣੀ ਪਰਜਾ ਸਮਝੂਗਾ, ਤਾਂ ਹੀ ਰਾਜਾ ਮੰਨੂ ਆਪਣੇ ਆਪ ਨੂੰ। ਜੇ ਰਾਜਾ ਕਹੇ ਵੀ ਨਹੀਂ ਮੈਂ ਨਹੀਂ ਰਾਜਾ, ਤੁਸੀਂ ਵੀ ਮੇਰੇ ਵਰਗੇ ਪਰਜਾ, ਫਿਰ ਤਾਂ ਰਾਜ ਨਹੀਂ ਚੱਲਣਾ ਉਹਨਾਂ ਦਾ। ਪਰ ਭਗਤ ਸਾਹਿਬਾਨਾਂ ਨੇ ਇਹ ਗੱਲ ਆਖੀ ਹੈ ਕਿ ਆਪਾਂ ਭਰਾ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਆਪਾਂ ਸਾਰੇ ਉਹਦੇ ਬੱਚੇ, ਇੱਕੋ ਹੀ ਪਿਤਾ ਹੈ, ਦੂਜਾ ਕੋਈ ਨਹੀਂ ਹੈ। ਸੋ ਜਿਵੇਂ ਦੂਸਰੇ ਪਾਤਸ਼ਾਹ ਸੀ, ਉਹਨਾਂ ਦਾ ਨਾਂ ਤਾਂ ਲੈਣਾ ਜੀ ਸੀ ਸਰੀਰ ਦਾ, ਪਰ ਉਹਨਾਂ ਨੂੰ ਨਾਨਕ ਕਿਉਂ ਕਿਹਾ ਜਾਂਦਾ ਸੀਗਾ? ਕਿਉਂਕਿ ਉਹ ਆਤਮਿਕ ਤੌਰ ਤੇ ਨਾਨਕ ਸੀ। ਨਾਨਕ ਦਾ ਅਰਥ ਹੁੰਦਾ ਜਿਹਦੇ ਵਿੱਚ ਭੇਦ ਭਾਵ ਨਾ ਹੋਵੇ, ਨਾ ਅਨਕ, ਜਿਹਦੇ ਵਿੱਚ ਅਨੇਕਤਾ ਨਹੀਂ, ਏਕਤਾ ਹੈ। ਸਾਰੇ ਹੀ ਨਾਨਕ ਹੈ। ਕਬੀਰ ਜੀ ਵੀ ਨਾਨਕੀ ਸੀ, ਸਾਰੇ ਹੀ ਕਬੀਰ ਨੇ, ਕਿਉਂਕਿ ਸਾਰਿਆਂ ਦਾ ਮੂਲ ਸਭ ਤੋਂ ਸ੍ਰੇਸ਼ਟ ਹੈ। ਕਹੋ ਕਬੀਰ ਜਨ ਭਏ ਖਾਲਸੇ, ਫਿਰ ਉਹਨਾਂ ਦਾ ਕਬੀਰ ਸਾਹਿਬ ਨੇ ਖਾਲਸੇ ਸ਼ਬਦ ਕਹਿਤਾ ਸੀਗਾ, ਤੇ ਸਾਰੇ ਖਾਲਸੇ ਨੇ, ਸਾਰੇ ਸ਼ੁੱਧ ਸਰੂਪ ਨੇ, ਸਾਰੇ ਗੁਰਮੁਖ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ ਉਹ ਸ਼ੁੱਧ ਨੇ।
ਸੋ ਜਦੋਂ ਦੂਸਰੇ ਪਾਤਸ਼ਾਹ ਦੇ ਅੰਦਰ ਵੀ ਉਹ ਸ਼ਬਦ ਗੁਰੂ ਪ੍ਰਗਟ ਹੋ ਗਿਆ, ਉਨੀ ਵੱਡੀ ਮੱਤ ਉਹਨਾਂ ਦੀ ਵੀ ਹੋ ਗਈ, ਵਿਵੇਕ ਬੁੱਧ ਉਹਨਾਂ ਦੀ ਹੋ ਗਈ, ਤਾਂ ਉਹਨਾਂ ਨੂੰ ਵੀ ਪਾਤਸ਼ਾਹ ਕਹਿਣ ਲੱਗ ਗਏ। ਸੋ ਅੱਗੇ ਜਿਵੇਂ ਜਿਵੇਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ, ਪੜਾਂਗੇ, ਆਪਾਂ ਨੂੰ ਪਤਾ ਲੱਗੂਗਾ, ਸੋਝੀ ਆਊਗੀ ਕਿ ਇਹ ਅਹੁਦੇ ਕਿਵੇਂ ਲੱਗਦੇ ਆ, ਕਾਹਦੇ ਨਾਲ ਲੱਗਦੇ ਆ। ਇਹ ਸਰੀਰ ਨਾਲ ਨਹੀਂ ਲੱਗਦੇ, ਇਹ ਆਤਮਾ ਨਾਲ ਲੱਗਦੇ ਆ। ਇਹ ਵੀ ਅਹੁਦਾ ਉਹੀ ਦਿੰਦਾ ਜਿਹਨੂੰ ਪਤਾ ਹੁੰਦਾ। ਇੱਕ ਸੰਸਾਰੀ ਵੀ ਅਹੁਦਾ ਦਿੰਦੇ ਨੇ, ਸੰਸਾਰੀ ਅਹੁਦਾ ਦਿੰਦੇ ਆ ਦੇਖਾ ਦੇਖੀ ਦੇ ਨਾਲ। ਜਿਵੇਂ ਅੱਜ ਆਪਾਂ ਵੀ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹ ਕਹਿੰਦੇ ਆ, ਆਪਾਂ ਕਰਦੇ ਆ, ਦਿੰਦੇ ਆ ਸੁਣੀ ਸੁਣਾਈ ਗੱਲ ਤੇ। ਪਰ ਇੱਕ ਅਹੁਦਾ ਦਿੱਤਾ ਸੀ ਦੂਜੇ ਪਾਤਸ਼ਾਹ ਨੇ ਕਿ ਨਾਨਕ ਪਾਤਸ਼ਾਹ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਕਿਹੜੇ ਐਂਗਲ ਤੋਂ ਇਹ ਪਾਤਸ਼ਾਹ ਨੇ। ਕਿਉਂਕਿ ਪੈਰਲਲ ਇੱਕ ਰਾਜਾ ਵੀ ਪਾਤਸ਼ਾਹ ਕਹਾਉਂਦਾ। ਫਿਰ ਬਦਲਿਆ ਵੀ ਗਿਆ ਸ਼ਬਦ, ਸੱਚੇ ਪਾਤਸ਼ਾਹ ਸ਼ਬਦ ਰੱਖਿਆ ਗਿਆ ਕਿ ਨਹੀਂ, ਸੰਸਾਰੀ ਵੀ ਤਾਂ ਪਾਤਸ਼ਾਹ ਕਹਾ ਰਿਹਾ, ਉਹਦੇ ਨਾਲੋਂ ਇਹ ਉੱਚ ਹੈ, ਇਹ ਸੱਚੇ ਪਾਤਸ਼ਾਹ ਹੈ। ਤਾਂ ਹੀ ਗੁਰਬਾਣੀ ਚ ਆਇਆ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਪਾਤਸ਼ਾਹ ਕਿਹਨੂੰ ਮੰਨਿਆ? ਜਿਸਨੂੰ ਬਖਸ਼ੇ ਸਿਫਤ ਸਲਾਹ, ਆ ਇਹ ਪਾਤਸ਼ਾਹ। ਨਾਨਕ ਪਾਤਸ਼ਾਹੀ, ਨਾਨਕ ਜੀ ਦੇ ਕੋਲ ਪਾਤਸ਼ਾਹੀ ਸੀ। ਪਾਤਸ਼ਾਹੀ ਦਿੱਤੀ ਕਿਹਨੇ ਦਿੱਤੀ? ਪਾਤਸ਼ਾਹ ਨੇ। ਉੱਥੇ ਪਾਤਸ਼ਾਹ ਦੇ ਹਾਹੇ ਨੂੰ ਔਂਕੜ ਹੈ, ਦਿੱਤੀ ਪਰਮੇਸ਼ਰ ਨੇ ਸਿਫਤ ਸਲਾਹ। ਜਿਸ ਨੂੰ ਬਖਸ਼ੇ, ਕਿਉਂਕਿ ਪਰਮੇਸ਼ਰ ਨੇ ਬਖਸ਼ਿਸ਼ ਕੀਤੀ, ਪਾਤਸ਼ਾਹੀ ਦਿੱਤੀ। ਪਾਤਸ਼ਾਹੀ ਮਿਲੀ ਕਾਹਦੇ ਕਰਕੇ? ਸਿਫਤ ਸਲਾਹ ਕਰਕੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿਫਤ ਸਲਾਹ ਕੀਤੀ, ਉਹਨਾਂ ਦੀ ਰਜ਼ਾ 'ਚ ਰਹੇ, ਉਹਦੇ ਭਾਣੇ 'ਚ ਰਹੇ, ਉਹਦੇ ਹੁਕਮ 'ਚ ਰਹੇ, ਹੁਕਮ 'ਚ ਬਾਹਰ ਜਾ ਕੇ ਕੁਛ ਨਹੀਂ ਕੀਤਾ। ਇਹ ਸੀ ਸੁਣਿਆ ਸੇਖ ਪੀਰ ਪਾਤਸ਼ਾਹ। ਹੁਣ ਆਪਾਂ ਗੁਰਬਾਣੀ ਤੋਂ ਹੋਰ ਵੀ ਸੋਝੀ ਲੈਂਦੇ ਇਹਦੇ ਬਾਰੇ। ਜੋ ਗਿਆਨ ਨਾਲ ਆਪਣੇ ਮਨ ਨੂੰ ਮਾਰੇ, ਜਿਹੜਾ ਵੀ ਜੀਵ, ਉਹ ਸੇਖ ਹੈ, ਉਹੀ ਪੀਰ ਹੈ। ਅੰਗ 956 ਦੇ ਉੱਪਰ ਪਾਤਸ਼ਾਹ ਕਹਿੰਦੇ, ਤਿਸਕਾ ਕੁੱਠਾ ਹੋਵੇ ਸ਼ੇਖ, ਲੋਹੂ ਲੱਭ ਨਿਖੱਥਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਆਏ ਸ਼ੇਖ ਗੁਰਮਤ ਦੇ, ਤਿਸ ਦਾ ਕੁੱਠਾ ਹੋਵੇ ਸ਼ੇਖ, ਮਨ ਨੂੰ ਸ਼ੇਖ ਆਖਿਆ ਜਾਂਦਾ। ਜਿਵੇਂ ਪਾਤਸ਼ਾਹ ਕਹਿੰਦੇ ਆ 488 ਉੱਪਰ ਵੀ, ਸ਼ੇਖ ਫਰੀਦਾ ਖੈਰ ਦੀਜੈ। ਹੁਣ ਦੋ ਚੀਜ਼ਾਂ ਨੇ, ਇੱਕ ਸ਼ੇਖ, ਇੱਕ ਫਰੀਦਾ। ਖੈਰ ਦੀਜੈ ਫਿਰ ਕਹਿੰਦੇ ਕਿਹਨੂੰ ਨੇ? ਵੀ ਸਾਨੂੰ ਖੈਰ ਦੇ। ਸ਼ੇਖ ਕਹਿ ਰਿਹਾ, ਮਨ ਕਹਿ ਰਿਹਾ ਫਰੀਦਾ ਹੈ, ਫਰੀਦ ਮੂਲ ਹੈ, ਫਰੀਦਾ ਮਨ ਹੈ, ਇਹ ਤੇ ਸ਼ੇਖ ਲਾਤਾ ਨਾਲ। ਇਸਲਾਮ ਵਾਲੇ ਨੂੰ ਜੋ ਉਪਦੇਸ਼ ਦੇਣਾ, ਇਸਲਾਮ ਵਾਲੇ ਨਾਲ ਗੱਲ ਕਰਦੇ ਆ ਕਿ ਆਪਣਾ ਜਿਹੜਾ ਮਨ ਉਹ ਸ਼ੇਖ ਹੈ, ਫਰੀਦਾ, ਫਰੀਦਾ ਮੂਲ ਸਾਡਾ ਫਰੀਦ। ਕਿਉਂਕਿ ਫਰੀਦਾ ਤਾਂ ਲੱਗ ਗਿਆ ਕਿਉਂਕਿ ਸੱਚਖੰਡ ਨਾਲ ਸੰਬੰਧਿਤ ਹੈ। ਖੈਰ ਦੀਜੈ, ਸ਼ੇਖ ਫਰੀਦਾ, ਫਰੀਦ ਤੋਂ ਖੈਰ ਮੰਗਦਾ। ਕਾਹਦੀ ਖੈਰ ਮੰਗਦਾ? ਬੰਦਗੀ, ਕਿ ਮੈਨੂੰ ਵੀ ਆਪਣੇ ਵਿੱਚ ਸਮਾ ਲੈ। ਬੰਦਗੀ ਹੁੰਦੀ ਹੈ ਬਾਉਂਡ ਕਰ ਲੈਣਾ, ਕਿਸੇ ਦੇ ਅਧੀਨ ਹੋ ਜਾਣਾ, ਕਿਸੇ ਦੀ ਗੁਲਾਮੀ ਕਰਨੀ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਇਹ ਹੈ ਸ਼ੇਖ ਫਰੀਦਾ। ਉਸ ਤੋਂ ਅੱਗੇ ਆਉਂਦੀ ਹੈ ਇੱਕ ਪਰਮੇਸ਼ਰੀ ਰਹਿਤ। ਪਹਿਲਾਂ ਸ਼ਬਦ ਆਇਆ ਸੀ ਨਾ ਇਸ਼ਾਰਾ, ਪਰਮੇਸ਼ਰ ਦੀ ਵੀ ਇੱਕ ਰਹਿਤ ਹੈ ਜੋ ਸੱਚਖੰਡ ਵੱਲੋਂ ਹੈ। ਉਹਦੀ ਵੀ ਆਪਾਂ ਸੋਝੀ ਗੁਰਬਾਣੀ 'ਚੋਂ ਦੇਖਦੇ ਹਾਂ। ਅੰਗ 1158 ਉੱਪਰ ਪਾਤਸ਼ਾਹ ਕਹਿੰਦੇ ਆ, ਮਨ ਕਰ ਮੱਕਾ ਕਿਵਲਾ ਕਰ ਦੇਹੀ, ਬੋਲਣ ਹਾਰ ਪਰਮ ਗੁਰ ਇਹੀ। ਹੁਣ ਆਹ ਰਹਿਤ ਹੈ। ਹੁਣ ਜਿਹੜੇ ਇਸਲਾਮ ਵਾਲੇ ਆ ਉਹਨਾਂ ਦਾ ਤਾਂ ਮੱਕਾ ਧਰਤੀ ਤੇ ਬਾਹਰ ਹੈ, ਬਿਲਡਿੰਗ ਬਣੀ ਹੋਈ ਇੱਕ, ਉੱਥੇ ਇੱਕ ਮਾਲ ਸਵੱਬ ਪੱਥਰ ਹੈ, ਉਹ ਉਹਨੂੰ ਮੰਨਦੇ ਆ ਕਿ ਉਹ ਮੱਕਾ ਹੈ। ਜਿਵੇਂ ਸਾਡੇ ਦਰਬਾਰ ਸਾਹਿਬ ਜਾਂ ਹੋਰ ਬਾਹਰ ਤੀਰਥ ਨੇ, ਉਹਨਾਂ ਨੂੰ ਮੰਨਿਆ ਜਾਂਦਾ। ਪਰ ਪਾਤਸ਼ਾਹ ਨੇ ਹੁਣ ਇਹ ਗੱਲ ਸੋਧ ਕਰਕੇ ਦਿੱਤੀ, ਕਹਿੰਦੇ ਮਨ ਕਰ ਮੱਕਾ, ਕਹਿੰਦੇ ਸਾਡਾ ਤਾਂ ਮਨ ਹੀ ਮੱਕਾ ਹੈ। ਕਹਿੰਦੇ ਮਨ ਨੂੰ ਪੱਕਾ ਕਰ, ਮਨ ਨੂੰ ਮੱਕਾ ਬਣਾ। ਮਨ ਕਰੀ ਮੱਕਾ, ਕਹਿੰਦੇ ਮਨ ਨੂੰ ਮੱਕਾ ਬਣਾ, ਪੱਕਾ ਬਣਾ, ਇਹਨੂੰ ਥਿਰ ਕਰ, ਥਿਰ ਕਰ ਵੈਸੋ ਹਰ ਜਨ ਪਿਆਰੇ। ਕਿਵਲਾ ਕਰ ਦੇਹੀ, ਕਹਿੰਦੇ ਫਿਰ ਇਹਦੇ ਅੱਗੇ ਪ੍ਰਕਰਮਾ ਕਰ, ਇਹਦੇ ਅੱਗੇ ਸਮਰਪਣ ਹੋ ਮਨ ਨੂੰ। ਕਹਿੰਦੇ ਦੇਹੀ ਹੈ ਜਿਹੜੀ,
ਆਪਣੇ ਮੂਲ ਦੀ ਪਰਿਕਰਮਾ ਕਰ। ਜੇ ਮੂਲ ਦੇ ਅੱਗੇ ਘੁੰਮਣਾ ਹੈ, ਬੋਲਣ ਹਾਰ ਪਰਮ ਗੁਰੇ, ਇਹੀ ਤਾਂ ਬੋਲਣ ਹਾਰ ਹੈ, ਬੋਲਣਾ ਤਾਂ ਇਹ ਨਹੀਂ ਹੈ। ਜਦੋਂ ਤੁਸੀਂ ਇੱਕ ਹੋਵੋਗੇ, ਆਤਮਾ ਪ੍ਰਾਤਮਾ ਇੱਕ ਹੋਣਗੀਆਂ, ਫੇਰ ਅਸਲੀ ਬੋਲ ਪੈਦਾ ਹੋਣਾ। ਹੁਣ ਤਾਂ ਦੋਨਾਂ ਦੀ ਸੁਰ ਭੰਗ ਹੈ, ਉਹ ਕੁਛ ਹੋਰ ਬੋਲਦਾ, ਮਨ ਕੁਛ ਹੋਰ ਬੋਲਦਾ, ਆਤਮਾ ਕੁਛ ਹੋਰ ਬੋਲਦੀ ਹੈ, ਪ੍ਰਾਤਮਾ ਕੁਛ ਹੋਰ ਬੋਲਦੀ ਹੈ। ਜਦੋਂ ਇਹਨਾਂ ਦੇ ਵਿੱਚੋਂ ਭਰਮ ਦੀ ਭੀਤ ਟੁੱਟਣੀ ਹੈ, ਇਹਨੇ ਇੱਕ ਹੋਣਾ, ਮਨ ਘਰ ਮੱਕਾ, ਜਦੋਂ ਮਨ ਨੇ ਥਿਰ ਹੋ ਜਾਣਾ, ਫਿਰ ਇਹਦੇ ਅੰਦਰੋਂ ਬੋਲ ਪ੍ਰਗਟ ਹੋਣਾ ਹੈ। ਬੋਲਣਹਾਰ ਪਰਮ ਗੁਰ, ਇਹੀ ਪਰਮ ਗੁਰ ਆ ਗਿਆ। ਦੇਖੋ ਇੱਥੇ ਗੁਰ ਦੇ ਨਾਲ ਪਰਮ ਲੱਗ ਗਿਆ, ਕਿ ਗੁਰ ਤਾਂ ਇਹ ਹੈਗਾ ਹੀ ਹੈਗਾ, ਪਰਮ ਨਹੀਂ ਹੈਗਾ। ਪਰਮ ਹੁੰਦਾ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਅੰਗ 1083 ਉੱਪਰ ਵੀ ਪਾਤਸ਼ਾਹ ਕਹਿੰਦੇ, ਦੇਹੇ ਮਸੀਤ ਮਨ ਮੋ ਲਾਣਾ, ਕਲਮ ਖੁਦਾਈ ਪਾਕ ਖਰਾ। ਆ ਦੇਖੇ ਮੇਰੇ ਮਨਾ ਕੀ ਕਿਹਾ ਹੈ। ਜੇ ਉਸ ਵੇਲੇ ਇਸਲਾਮ ਵਾਲੇ ਨੂੰ ਇਹ ਗੱਲ ਕਹਿ ਸਕਦੇ ਆ, ਆਉਣ ਵਾਲੇ ਸਮੇਂ 'ਚ ਭਗਤ ਨੇ ਵੀ ਇਹੀ ਗੱਲ ਕਹਿਣਾ ਹੈ ਕਿ ਦੇਹੀ ਗੁਰਦੁਆਰਾ ਮਨ ਪਾਠੀ, ਕਲਮ ਖੁਦਾਈ ਪਾਕ ਖਰਾ। ਹੇ ਮੇਰੇ ਮਨਾ, ਇਸ ਤਰ੍ਹਾਂ ਉਹ ਵੀ ਕਹੂਗਾ ਕਿ ਤੇਰੀ ਜਿਹੜੀ ਜੋ ਆਤਮਾ ਹੈ ਉਹੀ ਗੁਰਦੁਆਰਾ ਹੈ, ਬਾਹਰ ਗੁਰਦੁਆਰਾ ਨਹੀਂ ਹੁੰਦਾ। ਬਾਹਰਲੇ ਗੁਰਦੁਆਰੇ 'ਚ ਤਾਂ ਇਹ ਸੋਝੀ ਆਉਂਦੀ ਹੈ। ਦੇਹੀ ਮਸੀਤ, ਕਹਿੰਦੇ ਤੇਰੀ ਦੇਹ ਤਾਂ ਮਸੀਤ ਹੈ। ਮਨ ਮੌਲਾਣਾ, ਮਨ ਉੱਥੇ ਖਾਜੀ ਹੈ। ਮੌਲਾ ਤਾਂ ਉੱਥੇ ਮਨ ਹੀ ਖੇਡ ਕਰਦਾ ਹੈ। ਕਲਮ ਖੁਦਾਈ, ਹੁਕਮ ਉੱਥੇ ਚੱਲਣਾ। ਕਲਮ ਦਾ ਅਰਥ ਲਿਖਣ ਵਾਲੀ ਨਹੀਂ, ਕਲਮ ਹੁੰਦੀ ਹੈ ਫਰਮਾਨ। ਜਦੋਂ ਉਹ ਫਰਮਾਨ, ਖੁਦਾਈ ਫਰਮਾਨ ਆਉਣਾ ਹੈ ਸੱਚਖੰਡ ਵਿੱਚ, ਖੁਦ ਆਈ, ਜਦੋਂ ਖੁਦ ਤੇਰੇ ਅੰਦਰੋਂ ਤੁਰ ਕੇ ਬਾਣੀ ਪ੍ਰਗਟ ਹੋਣੀ ਹੈ, ਤਾਂ ਵੀ ਪਾਕ ਖਰਾ, ਫਿਰ ਤੂੰ ਸ਼ੁੱਧ ਸਰੂਪ ਹੈ। ਅੰਗ 1381 ਉੱਪਰ ਪਾਤਸ਼ਾਹ ਕਹਿੰਦੇ, ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕਹਿੰਦੇ ਕਬ ਹੀ ਚੱਲ, ਹੁਣ ਉਹ ਤਾਂ ਜਾਂਦੇ ਸੀਗੇ, ਇਸਲਾਮ ਵਾਲੇ ਤਾਂ ਰੋਜ਼ ਜਾਂਦੇ ਆ, ਪਰ ਉਹਨਾਂ ਨੂੰ ਸਵਾਲ ਕਰਦੇ ਆ ਵੀ ਕਬ ਹੀ ਚੱਲ ਨਾ ਆਇਆ, ਵੀ ਤੂੰ ਤਾਂ ਚੱਲ ਕੇ ਆਇਆ ਹੀ ਨਹੀਂ। ਪੰਜੇ ਵਕਤ ਮਸੀਤ, ਤੂੰ ਪੰਜੇ ਵਕਤ ਮਸੀਤ 'ਚ ਨਹੀਂ ਆਇਆ। ਪਰ ਉਹ ਤਾਂ ਹੁਣ ਜਾ ਰਹੇ, ਉਹ ਤਾਂ ਜਾਂਦੇ ਨੇ ਮਸੀਤ 'ਚ। ਫਿਰ ਇੱਥੇ ਕੀ ਇਹ ਗੱਲ ਇਹੀ ਹੈ ਕਿ ਦੇਹੀ ਮਸੀਤ ਮਨ ਨੂੰ ਆਖਦੇ ਆ ਕਿ ਤੂੰ ਤਾਂ ਪੰਜੇ ਵਿਕਾਰਾਂ ਨਾਲ ਫੜਿਆ ਰਿਹਾ, ਪੰਜੇ ਗਿਆਨ ਇੰਦਰੀਆਂ ਨਾਲ ਜੁੜਿਆ ਰਿਹਾ, ਇਹਨਾਂ ਨੂੰ ਛੱਡ ਕੇ ਹਿਰਦੇ 'ਚ ਤਾਂ ਤੂੰ ਕਦੇ ਆਇਆ ਹੀ ਨਾ। ਤੂੰ ਬਾਹਰਲੀ ਬੋਡੀ ਨਾਲ ਜੁੜ ਕੇ ਰਹਿ ਗਿਆ। ਬਾਹਰਲੀ ਬੋਡੀ ਨਾਲ ਪੰਜੇ ਵਕਤ ਸਮਾਂ, ਸਰੀਰ ਕਰਕੇ ਤਾਂ ਕਰਦਾ ਹੈ ਸਾਰਾ ਕੁਛ, ਪਰ ਜਿਹੜੀ ਅਸਲੀ ਮਸੀਤ ਜੀ ਉੱਥੇ ਨਹੀਂ ਆਇਆ। ਅਸੀਂ ਵੀ ਇਹੀ ਕੁਛ ਕਰਦੇ ਹਾਂ। ਪੰਜੇ ਬਾਣੀਆਂ ਤੱਕ ਤਾਂ ਸੀਮਤ ਹੋ ਗਏ, ਉਹ ਤਾਂ ਪੜ੍ਹ ਲਈਆਂ, ਪਰ ਜੋ ਪੰਜੇ ਬਾਣੀਆਂ ਨੇ ਆਖਿਆ ਉੱਥੇ ਨਹੀਂ ਗਏ। ਇੱਕ ਕਿਸੇ ਦਾ ਐਡਰੈਸ ਪੜ੍ਹ ਲਿਆ, ਜਾਣ ਲਿਆ, ਪਰ ਉੱਥੇ ਗਿਆ ਨਹੀਂ। ਜਿੰਨਾ ਚਿਰ ਉਹ ਐਡਰੈਸ ਪੜ੍ਹ ਕੇ ਉੱਥੇ ਮੰਜ਼ਿਲ ਤੇ ਨਹੀਂ ਜਾਂਦਾ, ਉਨਾ ਚਿਰ ਹੇ ਮੇਰੇ ਮਨਾ ਤੈਨੂੰ ਸੁੱਖ ਨਹੀਂ ਮਿਲਣਾ। ਸੋ ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇੱਥੋਂ ਤੱਕ ਇਹ ਜੋ ਗੱਲ ਹੈ ਪਾਤਸ਼ਾਹ ਨੇ ਕਹੀ, ਸੁਣਿਆ ਸਰਾਂ ਗੁਣਾ ਕੇਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ। ਹੁਣ ਦੋ ਸ਼ਬਦ ਗੁਰਬਾਣੀ ਚੋਂ ਇਹ ਆਉਂਦੇ, ਆਪਾਂ ਥੋੜ੍ਹੀ ਜਿਹੀ ਉਹਨਾਂ ਦੀ ਵੀ ਵਿਚਾਰ ਕਰੀਏ। ਸੇ ਪਾਤਸ਼ਾਹ, ਇੱਕ ਸੋ ਪਾਤਸ਼ਾਹ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 463 ਉੱਪਰ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਹੁਣ ਇਹ ਸੱਚੇ ਪਾਤਸ਼ਾਹ ਜਿਹੜਾ ਸ਼ਬਦ ਹੈ, ਇਹ ਹੁਕਮ ਲਈ ਹੈ, ਇਹ ਸੱਚਖੰਡ ਲਈ ਹੈ। ਕੱਲਾ ਪਾਤਸ਼ਾਹ ਉਹਦੇ ਲਈ ਹੈ ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਤਾਂ ਹੀ ਨਾਨਕ ਪਾਤਸ਼ਾਹੀ ਸ਼ਬਦ ਆਇਆ ਸੀ, ਨਾਨਕ ਜੀ ਨੂੰ ਪਾਤਸ਼ਾਹੀ ਦਿੱਤੀ ਹੈ। ਪਰ ਹੁਣ ਅਸੀਂ, ਸਾਡਾ ਚਲੋ ਸੁਭਾਅ ਬਣ ਗਿਆ, ਸੁਭਾਅ ਮੁਤਾਬਕ ਉਹ ਸ਼ਬਦ ਸਾਡੀ ਜ਼ੁਬਾਨ ਤੇ ਚੜ੍ਹ ਗਏ, ਅਸੀਂ ਉਹਨਾਂ ਨੂੰ ਵੀ ਪਾਤਸ਼ਾਹ ਕਹਿੰਦੇ ਹਾਂ, ਜਦ ਕਿ ਦਰਗਾਹ 'ਚ ਉਹਨਾਂ ਨੂੰ ਪਾਤਸ਼ਾਹੀ ਨਾਲ ਨਵਾਜਿਆ ਗਿਆ। ਪਹਿਲਾਂ ਲੋਕ ਇਹ ਕਹਿੰਦੇ ਸੀ, ਮੈਂ ਵੀ ਪੜ੍ਹਿਆ ਪੁਰਾਣੀਆਂ ਕਿਤਾਬਾਂ 'ਚ, ਪਹਿਲੀ ਪਾਤਸ਼ਾਹੀ, ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ। ਪਰ ਹੁਣ ਬਦਲ ਗਏ ਸ਼ਬਦ, ਕਿਉਂਕਿ ਹੁਣ ਇਹ ਜਿਹੜੇ ਸਾਡੇ ਵਿਦਵਾਨ ਨੇ ਇਹ ਕਹਿੰਦੇ ਵੀ ਸਾਡੇ ਕੋਲ ਸਤਿਕਾਰ ਜ਼ਿਆਦਾ ਹੈ, ਅਸੀਂ ਉਹਨਾਂ ਦਾ ਸਤਿਕਾਰ ਜ਼ਿਆਦਾ ਕਰਨਾ। ਇਹ ਸਤਿਕਾਰ ਦੇ ਚੱਕਰ 'ਚ ਪੈ ਗਏ, ਵਿਚਾਰ ਛੱਡ ਗਏ।
ਪਹਿਲਾਂ ਜਿਹੜੇ ਸੀਗੇ ਲੋਕ ਉਹ ਵਿਚਾਰ ਦੇ ਚੱਕਰ 'ਚ ਸੀ। ਸਤਿਕਾਰ ਕਹਿੰਦੇ ਸਤਿਕਾਰ ਤਾਂ ਪਤਾ ਹੀ ਉਹਨਾਂ ਨੂੰ ਵੀ ਸਤਿਕਾਰ ਜੋ ਹੈਗਾ ਹੀ ਹੈਗਾ। ਅਸੀਂ ਉਹਨਾਂ ਨੂੰ ਹੋਰ ਸਤਿਕਾਰ ਕੀ ਦੇ ਦਿਆਂਗੇ? ਜਿਹਨੂੰ ਪਰਮੇਸ਼ਰ ਨੇ ਐਡਾ ਸਤਿਕਾਰ ਦਿੱਤਾ ਉਹਨੂੰ ਇੱਕ ਵਿਅਕਤੀ ਕੀ ਦੇ ਸਕਦਾ? ਕੁਛ ਨਹੀਂ ਦੇ ਸਕਦਾ। ਅਸੀਂ ਕਿਸੇ ਨੂੰ ਮਾਇਆ ਦੇ ਕੇ ਜਾਂ ਕਿਸੇ ਦੇ ਚਾਰ ਸ਼ਬਦਾਂ ਨਾਲ ਵਿਸ਼ਲੇਸ਼ਣ ਲਾ ਕੇ ਉਹਦਾ ਸਤਿਕਾਰ ਨਹੀਂ ਦੇ ਸਕਦੇ। ਸਤਿਕਾਰ ਤਾਂ ਪਹਿਲਾਂ ਹੀ ਉਹਨੂੰ ਪਰਮੇਸ਼ਰ ਨੇ ਦੇਤਾ ਕਿ ਉਹਨੂੰ ਨਵਾਜ ਲਿਆ, ਉਹਦੇ ਅੰਦਰੋਂ ਆਪ ਬੋਲਣ ਲੱਗ ਗਿਆ। ਇਦੋਂ ਵੱਡਾ ਸਤਿਕਾਰ ਕੀ ਹੋ ਸਕਦਾ? ਸੋ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਇਹ ਕੌਣ ਕਹਿ ਰਿਹਾ? ਇਹ ਪਾਤਸ਼ਾਹ ਹੀ ਕਹਿ ਰਹੀ ਹੈ ਕਿ ਆ ਜੋ ਤੇਰੀ ਕੁਦਰਤ ਆ, ਜੋ ਤੇਰਾ ਹੁਕਮ ਵਰਤ ਰਿਹਾ, ਤੇਰਾ ਪਾਣਾ ਵਰਤ ਰਿਹਾ, ਇਹ ਤੈਨੂੰ ਮੁਬਾਰਕ ਹੈ। ਇਹ ਸੱਚੇ ਪਾਤਸ਼ਾਹ, ਇਹ ਤੂੰ ਹੀ ਇਹੋ ਜਿਹਾ ਕੁਛ ਕਰ ਸਕਦਾ। ਉਸ ਤੋਂ ਅੱਗੇ ਇੱਕ ਬਚਨ ਹੈ ਪਾਤਸ਼ਾਹ ਨੇ ਕੀਤਾ 397 ਅੰਗ ਦੇ ਉੱਪਰ, ਜਿਹੜਾ ਬਹੁਤ ਹੀ ਇਹਦੀ ਵਿਚਾਰ ਕਰਨੀ ਵੀ ਬੜੀ ਔਖੀ ਲੱਗਦੀ ਹੈ ਅੱਜ ਦੇ ਸਮੇਂ 'ਚ। ਉਸ ਵੇਲੇ ਜਦੋਂ ਪਾਤਸ਼ਾਹ ਨੇ ਇਹ ਸ਼ਬਦ ਵਰਤਿਆ ਹੋਊਗਾ, ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ, ਤਾਂ ਉਹਨਾਂ ਦੇ ਇਸ ਬੋਲਾਂ ਨੂੰ ਸੁਣ ਕੇ ਜਿਹੜੇ ਦੂਜੇ ਧਰਮ ਦੇ ਲੋਕ ਸੀ ਉਹਨਾਂ ਨੇ ਤਕਲੀਫ ਜ਼ਰੂਰ ਮੰਨੀ। ਜਿਵੇਂ ਪਾਤਸ਼ਾਹ ਕਹਿੰਦੇ ਵੇਦ ਕਤੇਬ ਸੰਸਾਰ ਹੱਬੇ ਹੂ ਬਹਾਰਾ, ਬਹੁਤ ਵੱਡੀ ਗੱਲ ਹੈ। ਇਸਲਾਮ ਵਾਲਿਆਂ ਦੀਆਂ ਕਿਤਾਬਾਂ, ਸਨਾਤਨ ਵਾਲਿਆਂ ਦੇ ਵੇਦ, ਕਹਿੰਦੇ ਵੇਦ ਕਤੇਬ ਸੰਸਾਰ, ਜੋ ਸੰਸਾਰ 'ਚ ਪ੍ਰਚਲਿਤ ਨੇ, ਹੱਬੇ ਹੂ ਬਾਹਰ, ਕਹਿੰਦਾ ਸਾਰਿਆਂ ਤੋਂ ਬਾਹਰ ਹੈ ਉਹ, ਨਾ ਉਹ ਵੇਦ 'ਚ ਨਾ ਕਤੇਬ 'ਚ। ਨਾਨਕ ਕਾ ਪਾਤਸ਼ਾਹ, ਦੇਖੋ ਨਾਨਕ ਕਾ ਪਾਤਸ਼ਾਹ ਦਿਸੈ ਜਾਹਰ, ਕਹਿੰਦੇ ਨਾਨਕ ਦਾ ਪਾਤਸ਼ਾਹ ਤਾਂ ਜਾਹਰ ਹੈ, ਜਾਹਰਾ ਜਹੂਰ ਹੈ, ਹਾਜ਼ਰਾ ਹਜੂਰ ਹੈ। ਉਹ ਤਾਂ ਜਾਹਰ ਹੈ, ਉਹ ਤਾਂ ਇੱਥੇ ਹਰ ਇੱਕ ਦੇ ਕੋਲ ਹੈ। ਧਰਮ ਦੇ ਗ੍ਰੰਥ ਤਾਂ ਕਿਸੇ ਥਾਂ ਤੇ ਪਏ ਹੈ, ਪਰ ਪਾਤਸ਼ਾਹ ਕਹਿੰਦੇ ਮੇਰਾ ਮਾਲਕ ਤਾਂ ਮੇਰੇ ਕੋਲ ਹੈ, ਤੁਹਾਡਾ ਮਾਲਕ ਤੁਹਾਡੇ ਕੋਲ ਹੈ, ਤੁਹਾਡਾ ਮਾਲਕ ਤੁਹਾਡੇ ਕੋਲ ਹੈ। ਹਾਂ, ਆਪਣਾ ਗੁਰ ਪੁੱਛ ਦੇਖਿਆ, ਕਹਿੰਦੇ ਮੈਂ ਆਪਣੇ ਗੁਰ ਨੂੰ ਪੁੱਛ ਕੇ ਦੱਸਿਆ, ਉਹਨੇ ਦੱਸਿਆ ਵੀ ਉਹ ਤਾਂ ਹਾਜ਼ਰ ਹੈ। ਨਾਨਕ ਕਾ ਪਾਤਸ਼ਾਹ ਦੀਸੈ ਜਾਹਰਾ, ਉਹ ਤਾਂ ਜਾਹਰ ਹੈ, ਪ੍ਰਤੱਖ ਹੈ। ਅਸੀਂ ਉਹਨੂੰ ਪ੍ਰਤੱਖ ਕਰਨਾ ਚਾਹੁੰਦੇ ਹਾਂ, ਪਰ ਉਹ ਤਾਂ ਪ੍ਰਤੱਖ ਹੈ। ਪਰਮੇਸ਼ਰ ਨੂੰ ਅਸੀਂ ਕਿਵੇਂ ਪ੍ਰਤੱਖ ਕਰ ਦਾਂਗੇ? ਪਰਮੇਸ਼ਰ ਨੇ ਤਾਂ ਸਾਰੀ ਸ੍ਰਿਸ਼ਟੀ ਬਣਾਈ ਹੋਈ। ਜੇ ਸ੍ਰਿਸ਼ਟੀ ਬਣਾਈ ਤਾਂ ਪਹਿਲਾਂ ਆਪ ਸੀ, ਤਾਂ ਹੀ ਬਣੀ ਨਾ। ਅਸੀਂ ਕਹਿੰਦੇ ਰੱਬ ਦੇ ਦਰਸ਼ਨ ਕਰਨੇ, ਅਸੀਂ ਰੱਬ ਦੇ ਦਰਸ਼ਨ ਕਿੱਥੋਂ ਕਰਾਂਗੇ? ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਰੱਬ ਦੀ ਨਿਗਾਹ ਹੇਠ ਜਾਣਾ, ਅਸੀਂ ਨਿਗਾਹ ਤੋਂ ਬਾਹਰ ਆ ਉਹਦੇ, ਅਸੀਂ ਬਾਹਰ ਆ, ਉਹਦੀ ਤਾਂ ਨਿਗਾਹ ਸਾਡੇ ਹੇਠ ਤੇ ਉੱਪਰ ਹੈ ਹੀ ਹੈ। ਸਭਨਾਂ ਉੱਪਰ ਕਿਰਪਾ ਪ੍ਰਭ ਤੇਰੀ, ਉਹ ਤਾਂ ਸਾਰਿਆਂ ਦੇ ਉੱਪਰ ਹੀ, ਉਹ ਵੇਖਿਆ, ਉਹ ਤਾਂ ਵੇਖਦਾ ਹੀ ਹੈ। ਅਸੀਂ ਨਹੀਂ ਉਹਦੇ ਵੱਲ ਦੇਖਦੇ, ਅਸੀਂ ਉਹਦੇ ਵੱਲ ਵੇਖਣਾ ਚਾਹੁੰਦੇ ਹਾਂ। ਜਦੋਂ ਸਾਡੇ ਅੰਦਰ ਇਹ ਭੁੱਖ ਪੈਦਾ ਹੁੰਦੀ, ਅਸੀਂ ਉਹਨੂੰ ਦੇਖ ਲਾਂਗੇ, ਉਹ ਤਾਂ ਸਾਡੇ ਸਾਹਮਣੇ ਹੀ ਹੈ। ਅਸੀਂ ਰੱਬ ਦਾ ਧਿਆਨ ਕਿਵੇਂ ਧਰਾਂਗੇ? ਰੱਬ ਕਿਤੇ ਗਵਾਚੀ ਹੋਈ ਚੀਜ਼ ਹੈ? ਧਿਆਨ ਤਾਂ ਕਿਸੇ ਗਵਾਚੀ ਹੋਈ ਚੀਜ਼ 'ਚ ਹੁੰਦਾ। ਅਸੀਂ ਖੁਦ 'ਚ ਧਿਆਨ ਰੱਖਣਾ ਕਿ ਅਸੀਂ ਕੌਣ ਹੈ, ਅਸੀਂ ਆਪਣੇ ਆਪੇ ਨੂੰ ਵਿਚਾਰਨਾ। ਸੋ ਨਾਨਕ ਕਾ ਪਾਤਸ਼ਾਹ ਦੀਸੈ ਜਾਹਰਾ, ਅੰਗ 61 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਗੁਰ ਸਰਨਾਈ ਛੁੱਟੀ ਹੈ, ਮਨਮੁਖ ਖੋਟੀ ਰਾਸ, ਅਸ਼ਟ ਧਾਤ ਪਾਤਸ਼ਾਹ ਕੀ ਘੜੀ ਹੈ ਸ਼ਬਦ ਵਿਕਾਸ। ਹੁਣ ਘੜੀਏ ਕੀ ਹੈ? ਘੜਨਾ ਕਿਹਨੂੰ ਹੈ? ਬ੍ਰਹਮ ਨੂੰ, ਆਪਣੇ ਆਪ ਨੂੰ। ਜਿਹਨੇ ਆਪਣੇ ਆਪ ਨੂੰ ਘੜ ਲਿਆ ਬ੍ਰਹਮ ਹੈ, ਉਹ ਸੇ ਪਾਤਸ਼ਾਹ। ਸੇ ਪਾਤਸ਼ਾਹ ਹੁੰਦੀ ਹੈ ਫੌਜ, ਸਾਰੇ ਇਕੱਲਾ ਫੌਜੀ ਤੇ ਬੇਅੰਤ ਨੂੰ ਫੌਜ ਕਹਿ ਦਿੰਦੇ ਆ। ਉਹ ਸਾਰਾ ਸੱਚਖੰਡ ਹੈ। ਗੁਰ ਸਰਨਾਈ ਛੁੱਟੀ ਹੈ, ਪਹਿਲਾਂ ਗੁਰ ਦੀ ਸ਼ਰਨ ਵਿੱਚ ਜਾਣਾ ਪਊਗਾ। ਗੁਰ ਕੀ ਆਤਮਿਕ ਸੁਗਿਆਨ, ਉਹ ਲੈਣਾ ਪਊਗਾ, ਤਾਂ ਫਿਰ ਮਾਇਆ ਜੋ ਛੁੱਟਾਂਗੇ। ਛੁੱਟੀ ਹੈ ਮਨਮੁਖ ਖੋਟੀ ਰਾਸ। ਮਨਮੁਖ ਕੀ ਕਰਦਾ? ਖੋਟੀ ਰਾਸ ਇਕੱਠੀ ਕਰੀ ਜਾਂਦਾ। ਛੁੱਟਣ ਦੀ ਖਹਿੜਾ ਨਹੀਂ ਛਡਾਉਂਦਾ, ਸਗੋਂ ਫਸ ਰਿਹਾ। ਅਸ਼ਟ ਧਾਤ ਪਾਤਸ਼ਾਹ ਕੀ, ਆਏ ਅਸ਼ਟ ਧਾਤ, 8 ਧਾਤਾਂ ਦੀ ਇੱਕ ਮੂਰਤੀ ਹੈ। ਉਹ ਪਾਤਸ਼ਾਹ ਕੀ ਹੈ? ਜਿਹੜਾ ਸਾਡਾ ਹਿਰਦੇ 'ਚ ਸਾਡਾ ਮੂਲ ਬੈਠਾ, ਉਹ 8 ਗੁਣਾਂ ਨਾਲ ਸੰਯੁਗਤ ਹੈ। ਤਾਂ ਘੜੀ ਹੈ ਸ਼ਬਦੀ ਵਿਕਾਸ। ਕਹਿੰਦੇ ਉਹ ਕਿਵੇਂ ਘੜ ਹੋਣਾ? ਬ੍ਰਹਮ ਨੂੰ ਘੜ ਹੋਣਾ ਸ਼ਬਦਾਂ ਦੇ ਦੁਆਰਾ, ਉਪਦੇਸ਼ ਦੁਆਰਾ। ਸਾਡੇ ਜਿਹੜੇ ਗੁਣ ਗਲੇ ਹੋਏ ਨੇ, ਅਸੀਂ ਗੁਰਬਾਣੀ ਤੋਂ ਸੋਝੀ ਲੈਣੀ, ਉਹ ਗੁਣਾਂ ਨੂੰ ਧਾਰਨ ਕਰ ਲੈਣਾ, ਸਾਡੇ ਅੰਦਰ ਵੀ ਵਿਕਾਸ ਆ ਜਾਣਾ। ਅੰਗ 10 ਉੱਪਰ ਵੀ ਪਾਤਸ਼ਾਹ ਕਹਿੰਦੇ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਹੁਣ ਸੱਚੇ ਵੀ ਸ਼ਬਦ ਬਹੁ ਵਚਨ ਹੈ, ਸੱਚੇ ਸਿਰਜਣਹਾਰਾ।
ਸਾਰਾ ਸੱਚਖੰਡ 'ਚ ਜਿੰਨੀਆਂ ਜੋਤਾਂ ਨੇ ਪਰਮੇਸ਼ਰ ਹੈ, ਉਹ ਸਿਰਜਣਹਾਰ ਹੈ। ਜਿਹੜੀਆਂ ਜੋਤਾਂ ਭਵ ਸਾਗਰ ਵਿੱਚ ਆ ਗਈਆਂ ਰਚਣਹਾਰ ਹੈ। ਸੱਚਾ ਸੱਚੇ, ਸੱਚਾ ਇੱਕ ਵਚਨ, ਸੱਚਾ ਬਹੁ ਵਚਨ। ਬੱਚਾ ਇੱਕ ਵਚਨ, ਬੱਚੇ ਬਹੁ ਵਚਨ। ਰਾਜਾ ਇੱਕ ਵਚਨ, ਰਾਜੇ ਬਹੁ ਵਚਨ। ਸੋ ਇਸੇ ਤਰ੍ਹਾਂ ਹੀ ਸੱਚੇ ਹੈ, ਸੱਚੇ ਬਹੁ ਵਚਨ 'ਚ ਹੈ। ਸੋ ਸੱਚਖੰਡ ਸੱਚੇ ਹਰ, ਜਿਹੜਾ ਸਾਰਾ ਸੱਚਖੰਡ ਹੈ ਉਹ ਸੱਚੇ ਹਰ, ਸਾਰਿਆਂ ਦੀਆਂ ਜਿੰਨੀਆਂ ਵੀ ਜੋਤਾਂ ਉੱਥੇ ਬੈਠੀਆਂ ਨੇ, ਪਤਾ ਨਹੀਂ ਕਿੰਨੀਆਂ ਕੁ ਨੇ, ਕੋਈ ਅੰਤ ਨਹੀਂ। ਗੁਰਬਾਣੀ 'ਚ ਵੀ ਲਿਖਿਆ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਉਹਨਾਂ ਸਾਰੀਆਂ ਦਾ ਇੱਕੋ ਜਿਹੀ ਵੇਸ ਹੈ, ਉਹਨਾਂ ਦੀ ਗਿਣਤੀ ਕੋਈ ਨਹੀਂ, ਕਿਉਂਕਿ ਉੱਥੇ ਮਾਇਆ ਨਹੀਂ ਹੈ। ਸੋ ਇੱਥੋਂ ਤੱਕ ਕਿ ਜੋ ਅੱਜ ਦਾ ਵਿਚਾਰ ਸੀ ਗੁਰ ਕਿਰਪਾ ਦੁਆਰਾ ਆਪਾਂ ਨੇ ਕੀਤਾ। ਫਿਰ ਵੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਮੈਂ ਤਾਂ ਗੁਨਾਹਗਾਰ ਹਾਂ, ਕੋਈ ਐਡਾ ਗਿਆਨੀ ਨਹੀਂ, ਨਾ ਮੈਂ ਗਿਆਨੀ ਬਣਿਆ। ਹਾਂ, ਮੇਰੀ ਬੇਨਤੀ ਜ਼ਰੂਰ ਹੈ ਗੁਰਬਾਣੀ ਦੇ ਅੱਗੇ ਵੀ ਜੇ ਮੇਰੇ ਤੇ ਗੁਰਬਾਣੀ ਮਿਹਰ ਕਰ ਦੇਵੇ ਤਾਂ ਮੈਂ ਗਿਆਨੀ ਜ਼ਰੂਰ ਬਣ ਸਕਦਾ, ਪਰ ਮੈਂ ਮਿਹਨਤ ਜ਼ਰੂਰ ਕਰਦਾ ਜਿੰਨੀ ਕੁ ਮੇਰੇ ਤੋਂ ਹੁੰਦੀ ਹੈ। ਬਾਕੀ ਗੁਰ ਦੀ ਕਿਰਪਾ ਹੈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ